सत श्री अकाल जी साਰਿਆਂ ਨੂੰ ਵੈਲਕਮ ਟੂ ਸਨੀਪ ਖੋਖਰ ਲਰਨਿੰਗਸ। ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਸੋ ਅੱਜ ਆਪਾਂ ਨਿਊ ਟੌਪਿਕ ਸਟਾਰਟ ਕਰਨ ਜਾ ਰਹੇ ਹਾਂ ਜੀ। ਸੋ ਅੱਜ ਦੇ ਲੈਸਨ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਜੀਡੀਪੀ ਐਂਡ ਇਹਦੇ ਨਾਲ ਰਿਲੇਟਡ ਕਾਫੀ ਸਾਰੇ ਟੌਪਿਕਸ ਅਦਰ ਜਿਹੜੇ ਹੈਗੇ ਨੇ। ਸੋ ਫਸਟ ਆਫ ਆਲ ਆਪਾਂ ਦੇਖਦੇ ਹਾਂ ਕਿ ਜੀਡੀਪੀ ਕੀ ਹੁੰਦਾ। ਦੇਖੋ ਜੀਡੀਪੀ ਦੀ ਫੁੱਲ ਫਾਰਮ ਹੁੰਦੀ ਹੈ ਗ੍ਰੋਸ ਡੋਮੈਸਟਿਕ ਪ੍ਰੋਡਕਟ। ਸੋ ਇਹਦੇ ਵਿੱਚ ਆਪਾਂ ਤਿੰਨੇ ਟਰਮਸ ਗ੍ਰੋਸ ਡੋਮੈਸਟਿਕ ਐਂਡ ਪ੍ਰੋਡਕਟ ਤਿੰਨਾਂ ਦੇ ਮੀਨਿੰਗਸ ਨੂੰ ਸਮਝਣਾ। ਫਸਟ ਆਫ ਆਲ ਤਾਂ ਆਪਾਂ ਡੈਫੀਨੇਸ਼ਨ ਦੇਖਦੇ ਕਿ ਜੀਡੀਪੀ ਦੀ ਡੈਫੀਨੇਸ਼ਨ ਕੀ ਹੁੰਦੀ ਹੈ। ਦੇਖੋ ਜੀਡੀਪੀ ਇਜ਼ ਮੋਨੇਟਰੀ ਵੈਲਿਊ ਆਫ ਆਲ ਫਾਈਨਲ ਗੁਡਸ ਐਂਡ ਸਰਵਿਸਿਜ਼ produced in domestic territory for specific time। देखो monetary value term ਇਹਦੇ ਵਿੱਚ important ਆ, final goods and services ਇਹ term important ਆ, domestic territory ਇਹ term important ਆ, and specific time period ਇਹ term important ਆ। ਦੇਖੋ ਜੀ final goods and services ਦਾ ਕੀ meaning ਹੁੰਦਾ। final goods and services ਉਹ ਹੁੰਦੀਆਂ ਜਿਹੜੀਆਂ ਕਿ ਇੱਕ ਸਪੈਸੀਫਿਕ ਟਾਈਮ ਦੇ ਵਿੱਚ ਪੂਰੀ ਤਰ੍ਹਾਂ ਤਿਆਰ ਹੋ ਚੁੱਕੀਆਂ। ਇਟ ਮੀਨਸ ਕਿ ਉਹਨਾਂ ਨੂੰ ਇਸ ਤੋਂ ਬਾਅਦ ਸਿਰਫ ਯੂਜ਼ ਕੀਤਾ ਜਾਣਾ, ਉਹਨਾਂ ਦੇ ਵਿੱਚ ਹੋਰ ਕੋਈ ਵੈਲਿਊ ਐਡ ਨਹੀਂ ਹੋਣੀ। ਜਿਵੇਂ ਆਪਾਂ ਕਹੀਏ ਕਿ ਜਿਵੇਂ ਕਣਕ ਤੋਂ ਆਟਾ ਤਿਆਰ ਹੋ ਗਿਆ, ਆਟੇ ਤੋਂ ਬਿਸਕੁਟ ਤਿਆਰ ਹੋ ਗਿਆ। ਦੇਖੋ ਬਿਸਕੁਟ ਸਿਰਫ ਉਸ ਤੋਂ ਬਾਅਦ ਆਪਾਂ ਖਾਣੇ ਆ, ਬਿਸਕੁਟ ਦੇ ਵਿੱਚ ਹੋਰ ਕੋਈ ਐਡੀਸ਼ਨ ਨਹੀਂ ਹੋਣੀ, ਤਾਂ ਇੱਕ ਬਿਸਕੁਟ ਇੱਕ ਫਾਈਨਲ ਗੁੱਡ ਹੋਊਗੀ। ਸੋ ਫਾਈਨਲ ਗੁੱਡਸ ਐਂਡ ਸਰਵਿਸਿਜ਼ ਉਹ ਹੁੰਦੀਆਂ ਜੋ ਚੰਗੀ ਤਰ੍ਹਾਂ ਪੱਕ ਕੇ ਤਿਆਰ ਹੋ ਚੁੱਕੀਆਂ, ਜਿਨ੍ਹਾਂ ਉੱਪਰ ਕਿ ਹੋਰ ਕੋਈ ਵੀ ਸਾਜੋ ਸਜਾਵਟ ਨਹੀਂ ਕੀਤੀ ਜਾਣੀ। ਨੈਕਸਟ ਗੱਲ ਕਰਦੇ ਹਾਂ ਮੋਨੇਟਰੀ ਵੈਲਿਊ ਦੀ ਜੀ। ਮੋਨੇਟਰੀ ਵੈਲਿਊ ਦਾ ਮੀਨਿੰਗ ਹੁੰਦਾ ਕਿ ਕਿਸੇ ਵੀ ਚੀਜ਼ ਦੀ ਜਿਹੜੀ ਵੈਲਿਊ ਆ ਉਹ ਪੈਸਿਆਂ ਦੇ ਵਿੱਚ ਤੋਲਣੀ। ਠੀਕ ਹੈ। ਹੁਣ ਗੱਲ ਕਰਦੇ ਜੀ ਡੋਮੈਸਟਿਕ ਟੈਰੀਟਰੀ ਦੀ। ਦੇਖੋ ਡੋਮੈਸਟਿਕ ਟੈਰੀਟਰੀ ਇੱਕ ਕਾਫੀ ਵਾਈਡ ਟਰਮ ਹੁੰਦੀ ਹੈ। ਜਦੋਂ ਆਪਾਂ ਇਕਨੋਮਿਕ ਟਰਮਸ ਦੇ ਵਿੱਚ ਟੈਰੀਟਰੀ ਦੀ ਗੱਲ ਕਰਦੇ ਹਾਂ ਤਾਂ ਉਹ ਸਿਰਫ ਇੱਕ ਬਾਰਡਰਾਂ ਤੱਕ ਡਿਫਾਈਨ ਨਹੀਂ ਹੁੰਦੀ। ਜਿਵੇਂ ਇੰਡੀਆ ਤੇ ਪਾਕਿਸਤਾਨ ਦੇ ਵਿਚਾਲੇ ਬਾਰਡਰ ਬਣਿਆ ਹੋਇਆ, ਸੋ ਬਾਰਡਰ ਦੇ ਪਰਲੇ ਪਾਸੇ ਪਾਕਿਸਤਾਨ ਹੋ ਜਾਂਦਾ, ਉਹ ਸਾਰੀਆਂ ਜਿਹੜੀਆਂ ਉੱਥੋਂ ਦੀਆਂ ਚੀਜ਼ਾਂ ਹੋਣਗੀਆਂ ਉਹ ਪਾਕਿਸਤਾਨ ਦੀਆਂ ਹੋਣਗੀਆਂ, ਲੇਕਿਨ ਬਾਰਡਰ ਦੇ ਉਰਲੇ ਪਾਸੇ ਜਿਹੜੀਆਂ ਸਾਰੀਆਂ ਚੀਜ਼ਾਂ ਹੈਗੀਆਂ ਉਹ ਇੰਡੀਆ ਦੀਆਂ ਹੁੰਦੀਆਂ। ਲੇਕਿਨ ਇਕਨੋਮਿਕ ਟਰਮਸ ਦੇ ਵਿੱਚ ਜਿਹੜੀ ਟੈਰੀਟਰੀ ਹੁੰਦੀ ਆ ਉਹ ਸਰਹੱਦਾਂ ਤੋਂ ਕਿਤੇ ਪਾਰ ਵੀ ਚਲੀ ਜਾਂਦੀ ਹੈ। ਸੋ ਜਦੋਂ ਆਪਾਂ ਡੋਮੈਸਟਿਕ ਟੈਰੀਟਰੀ ਦੀ ਗੱਲ ਕਰਦੇ ਹਾਂ ਜੀ, ਤਾਂ ਉਹ ਚੀਜ਼ਾਂ ਜਿਹੜੀਆਂ ਇੰਡੀਅਨ ਸੋਵਰੈਨਿਟੀ ਦਾ ਪਾਰਟ ਆ, ਲੇਕਿਨ ਉਹ ਇੰਡੀਆ ਦੀ ਸਰਹੱਦ ਤੋਂ ਪਾਸੇ ਵੀ ਲੋਕੇਟਡ ਨੇ, ਉਹ ਵੀ ਇੰਡੀਆ ਦੀ ਡੋਮੈਸਟਿਕ ਟੈਰੀਟਰੀ ਦੇ ਵਿੱਚ ਇਨਕਲੂਡ ਹੋਣਗੀਆਂ। ਜਿਵੇਂ ਕਿ ਇੰਡੀਅਨ ਐਮਬੈਸੀ, ਜੋ ਇੰਡੀਅਨ ਐਮਬੈਸੀ ਅਮਰੀਕਾ ਦੇ ਵਿੱਚ ਲੋਕੇਟਡ ਆ, ਜੋ ਇੰਡੀਅਨ ਐਮਬੈਸੀ ਕੈਨੇਡਾ ਦੇ ਵਿੱਚ ਲੋਕੇਟਡ ਆ, ਜਾਂ ਜੋ ਮਿਲਟਰੀ ਬੇਸ ਜੋ ਇੰਡੀਆ ਦੇ ਕਿਸੇ ਹੋਰ ਕੰਟਰੀਜ਼ ਲਾਈਕ US ਜਾਂ ਕੈਨੇਡਾ ਦੇ ਵਿੱਚ ਲੋਕੇਟਡ ਆ, ਉਹ ਵੀ ਇੰਡੀਅਨ ਡੋਮੈਸਟਿਕ ਟੈਰੀਟਰੀ ਦਾ ਪਾਰਟ ਹੋਣਗੇ। ਇਟ ਮੀਨਸ ਕਿ ਇਹਨਾਂ ਇੰਸਟੀਟਿਊਸ਼ਨਸ ਦੇ ਦੁਆਰਾ ਜੋ ਵੀ ਵੈਲਿਊ ਐਡ ਕੀਤੀ ਜਾਊਗੀ ਉਹ ਇੰਡੀਅਨ GDP ਦਾ ਪਾਰਟ ਹੋਊਗੀ। ਇਸ ਤੋਂ ਇਲਾਵਾ ਜੋ ਫਿਸ਼ਿੰਗ ਵੈਸਲਸ ਦੇਖੋ ਇੰਟਰਨੈਸ਼ਨਲ ਵਾਟਰਸ ਦੇ ਵਿੱਚ ਰਨ ਕਰ ਰਹੀਆਂ, ਲੇਕਿਨ ਉਹ ਇੰਟਰਨੈਸ਼ਨਲ ਵਾਟਰਸ ਇੰਡੀਅਨ ਐਕਸਕਲੂਸਿਵ ਇਕਨੋਮਿਕ ਜ਼ੋਨ ਦਾ ਪਾਰਟ ਆ, ਉਹ ਵੀ ਇੰਡੀਅਨ ਡੋਮੈਸਟਿਕ ਟੈਰੀਟਰੀ ਦਾ ਪਾਰਟ ਮੰਨੇ ਜਾਣਗੇ। ਸੋ ਇਹਦੇ ਬਾਰੇ ਕਾਫੀ ਜੋ ਐਗਜ਼ਾਮਪਲਸ ਨੇ ਉਹ ਵੀ ਮੈਂ ਤਿਆਰ ਕੀਤੀਆਂ, ਜੋ ਕਿ ਆਪਾਂ ਨੈਕਸਟ ਸਲਾਈਡ ਦੇ ਵਿੱਚ ਡਿਸਕਸ ਕਰਾਂਗੇ। ਅੱਗੇ ਗੱਲ ਕਰਦੇ ਹੈਗੇ ਜੀ ਆਪਾਂ ਪ੍ਰੋਡਕਟ ਦੀ। ਦੇਖੋ ਪ੍ਰੋਡਕਟ ਦਾ ਮੀਨਿੰਗ ਕੀ ਹੁੰਦਾ, ਜਦੋਂ ਗੁੱਡਸ ਐਂਡ ਸਰਵਿਸਿਜ਼ ਦੀ ਪ੍ਰੋਡਕਸ਼ਨ ਹੋ ਜਾਂਦੀ ਆ, ਸੋ ਪ੍ਰੋਡਕਸ਼ਨ ਹੋਣ ਤੋਂ ਬਾਅਦ ਜੋ ਫਾਈਨਲ ਆਊਟਕਮ ਤਿਆਰ ਹੁੰਦਾ ਉਹ ਸਾਰਿਆਂ ਨੂੰ ਰਲਵੇਂ ਮਿਲਵੇਂ ਨੂੰ ਆਪਾਂ ਕੀ ਨਾਮ ਦਿੰਦੇ ਆ, ਪ੍ਰੋਡਕਟ ਦਾ ਨਾਮ ਦਿੰਦੇ ਆ। ਇੱਕ ਇੰਪੋਰਟੈਂਟ ਸ਼ਬਦ ਹੋਰ ਜਿਹੜਾ ਰਹਿ ਗਿਆ ਉਹ ਹੈਗਾ ਜੀ ਗ੍ਰੋਸ। ਦੇਖੋ ਜਦੋਂ ਵੀ ਕਿਸੇ ਚੀਜ਼ ਦੀ ਪ੍ਰੋਡਕਸ਼ਨ ਹੁੰਦੀ ਹੈ, ਜਿਵੇਂ ਸਪੋਜ਼ ਕਰੋ ਆਪਾਂ ਮਸ਼ੀਨ ਦੀ ਹੈਲਪ ਨਾਲ ਕੋਈ ਚੀਜ਼ ਜਾਂ ਕੋਈ ਪ੍ਰੋਡਕਟ ਤਿਆਰ ਕਰ ਰਹੇ ਹਾਂ, ਤਾਂ ਦੇਖੋ ਉਸ ਮਸ਼ੀਨ ਦੀ ਘਸਾਈ ਵੀ ਹੋਊਗੀ। ਸੋ ਗ੍ਰੋਸ ਸ਼ਬਦ ਦਾ ਮੀਨਿੰਗ ਕੀ ਹੈ ਕਿ ਉਹ ਘਸਾਈ ਵੀ ਇਸ ਦੇ ਵਿੱਚ ਸ਼ਾਮਲ ਕੀਤੀ ਜਾਊਗੀ। ਜਦੋਂ ਆਪਾਂ ਉਸ ਘਸਾਈ ਨੂੰ ਮਾਈਨਸ ਕਰ ਦਿੰਦੇ ਆ ਤਾਂ ਜੋ ਆਊਟਕਮ ਆਊਗਾ ਉਹ ਕੀ ਹੋਊਗਾ, ਨੈਟ। ਨੈਟ ਦਾ ਮੀਨਿੰਗ ਕੀ ਹੁੰਦਾ ਜੀ, ਜਦੋਂ ਆਪਾਂ ਗ੍ਰੋਸ ਦੇ ਵਿੱਚੋਂ ਘਸਾਈ ਜਿਹੜੀ ਹੈਗੀ ਆ ਉਹ ਮਾਈਨਸ ਕਰ ਦਿੰਦੇ। ਘਸਾਈ ਨੂੰ ਇੰਗਲਿਸ਼ ਕੀ ਕਹਿੰਦੇ ਆ, ਡੈਪਰੀਸੀਏਸ਼ਨ। ਸੋ ਮੈਂ ਹੋਪ ਕਰਦਾ ਕਿ ਤੁਹਾਨੂੰ ਇਹ ਜਿਹੜਾ ਕਨਸੈਪਟ ਆ ਉਹ ਕਾਫੀ ਵਧੀਆ ਤਰ੍ਹਾਂ ਸਮਝ ਆ ਗਿਆ ਹੋਊਗਾ। ਸੋ ਨੈਕਸਟ ਦੇਖੋ ਜੀ ਆਪਾਂ ਡਿਸਕਸ ਕਰਦੇ ਹਾਂ ਗੁੱਡਸ ਦੇ ਬਾਰੇ। ਦੇਖੋ ਗੁੱਡਸ ਦੋ ਤਰ੍ਹਾਂ ਦੀਆਂ ਹੁੰਦੀਆਂ, ਫਾਈਨਲ ਗੁੱਡਸ
ਔਰ ਇੰਟਰਮੀਡੀਏਟ ਗੁੱਡਸ। ਦੇਖੋ ਫਾਈਨਲ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ, ਫਾਈਨਲ ਗੁੱਡ ਉਹ ਗੁੱਡ ਹੁੰਦੀ ਆ ਜੋ ਚੰਗੀ ਤਰ੍ਹਾਂ ਪੱਕ ਕੇ ਤਿਆਰ ਹੋ ਚੁੱਕੀ ਆ, ਜਿਹਦੇ ਉੱਪਰ ਕਿ ਹੋਰ ਕੋਈ ਵੀ ਆਪਾਂ ਸਾਜ ਸਜਾਵਟ ਨਹੀਂ ਕਰਨੀ, ਹੋਰ ਕੋਈ ਸੱਗੀ ਪਰਾਂਦਾ ਨਹੀਂ ਲਾਉਣਾ, ਸਿਰਫ ਡਾਇਰੈਕਟ ਆਪਾਂ ਕੀ ਕਰਨੀ ਉਹਦੀ ਵਰਤੋਂ ਕਰਨੀ ਹੈ। ਜਿਵੇਂ ਕਿ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਸੀ ਬਿਸਕੁਟ ਦੀ। ਦੇਖੋ ਕੋਈ ਕਿਸਾਨ ਕਣਕ ਉਗਾਉਂਦਾ, ਕਣਕ ਤੋਂ ਬਾਅਦ ਫਿਰ ਉਹਦਾ ਆਟਾ ਬਣਦਾ, ਆਟੇ ਤੋਂ ਬਾਅਦ ਦੇਖੋ ਉਹਦੇ 'ਚ ਖੰਡ ਪੈਂਦੀ ਆ, ਉਹਦੇ 'ਚ ਹੋਰ ਕਾਫੀ ਤਰ੍ਹਾਂ ਚੀਜ਼ਾਂ ਪੈਂਦੀਆਂ। ਸੋ ਜਿਹੜਾ ਫਾਈਨਲ ਪ੍ਰੋਡਕਟ ਆ ਉਹ ਕੀ ਤਿਆਰ ਹੁੰਦਾ, ਬਿਸਕੁਟ। ਐਂਡ ਇੰਟਰਮੀਡੀਏਟ ਗੁੱਡਸ, ਇੰਟਰਮੀਡੀਏਟ ਗੁੱਡਸ ਉਹ ਗੁੱਡਸ ਹੁੰਦੀਆਂ ਜਿਨ੍ਹਾਂ ਨੂੰ ਫਾਈਨਲ ਪ੍ਰੋਡਕਸ਼ਨ ਦੇ ਲਈ ਯੂਜ਼ ਕੀਤਾ ਜਾਂਦਾ। ਜਿਵੇਂ ਕਿ ਦੇਖੋ, ਜਿਵੇਂ ਆਟਾ ਹੋ ਗਿਆ, ਕਣਕ ਤੋਂ ਆਟਾ ਬਣਦਾ, ਤਾਂ ਜਿਹੜਾ ਆਟਾ ਹੋ ਗਿਆ ਤੇ ਕਣਕ ਹੋ ਗਈਆਂ, ਇਹ ਕੀ ਹੋ ਗਈਆਂ, ਇੰਟਰਮੀਡੀਏਟ ਗੁੱਡਸ ਹੋ ਗਈਆਂ। ਦੇਖੋ GDP ਦੀ ਜਦੋਂ ਵੀ ਕੈਲਕੂਲੇਸ਼ਨ ਕਰਨੀ ਆ ਤਾਂ ਸਿਰਫ ਫਾਈਨਲ ਗੁੱਡਸ ਨੂੰ ਹੀ ਕਿਉਂ ਇਨਕਲੂਡ ਕੀਤਾ ਜਾਂਦਾ, ਬਿਕੋਜ਼ ਜੇਕਰ ਇੰਟਰਮੀਡੀਏਟ ਗੁੱਡਸ ਨੂੰ ਇਨਕਲੂਡ ਕੀਤਾ ਜਾਣ ਲੱਗ ਗਿਆ ਤਾਂ ਉਸ ਡਬਲ ਕੋਸਟਿੰਗ ਦੇ ਨਾਲ GDP ਦੀ ਵੈਲਿਊ ਬਹੁਤ ਜ਼ਿਆਦਾ ਵੱਧ ਜੂਗੀ। ਦੇਖੋ ਬਿਕੋਜ਼ ਜੋ ਬਿਸਕੁਟ ਤਿਆਰ ਹੁੰਦਾ ਉਹਦੇ ਵਿੱਚ ਦੇਖੋ ਆਟਾ ਪਾਇਆ ਜਾਂਦਾ, ਆਟਾ ਕਿਹਤੋਂ ਤਿਆਰ ਹੁੰਦਾ, ਕਣਕ ਤੋਂ ਤਿਆਰ ਹੁੰਦਾ। ਜੇਕਰ ਆਪਾਂ ਦੇਖੋ ਬਿਸਕੁਟ ਦੀ ਵੀ ਕੋਸਟ ਲਾ ਲਈ ਤਾਂ ਇੰਟਰਮੀਡੀਏਟ ਗੁੱਡ ਆਟੇ ਦੀ ਵੀ ਕੋਸਟ ਲਾ ਲਈ ਤੇ ਵਿੱਚ ਕਣਕ ਦੀ ਵੀ ਕੋਸਟ ਲਾ ਲਈ, ਤਾਂ ਦੇਖੋ 3 ਚੀਜ਼ਾਂ ਦੀ ਕੋਸਟ ਲੱਗ ਗਈ ਤਾਂ ਇਟ ਮੀਨਸ ਕੀ ਹੋ ਗਿਆ, ਤਾਂ ਪ੍ਰੋਡਕਟ ਦੀ ਜਿਹੜੀ ਵੈਲਿਊ ਆ, ਜੋ ਕੋਸਟ ਹੋ ਰਹੀ ਆ, ਤਾਂ GDP ਉਹਦੇ ਨਾਲ ਕੀ ਹੋ ਜੂਗੀ, ਬਹੁਤ ਜ਼ਿਆਦਾ ਇਨਫਲੇਟ ਹੋ ਜੂਗੀ। ਇਸੇ ਕਰਕੇ GDP ਦੇ ਵਿੱਚ ਸਿਰਫ ਤੇ ਸਿਰਫ ਫਾਈਨਲ ਗੁੱਡਸ ਨੂੰ ਹੀ ਇਨਕਲੂਡ ਕੀਤਾ ਜਾਂਦਾ। ਸੋ ਇਸ ਗੱਲ ਦਾ ਸਾਰੇ ਹੀ ਐਸਪੀਰੈਂਟਸ ਨੇ ਧਿਆਨ ਰੱਖਣਾ। ਅਨਦਰ ਕਲਾਸੀਫਿਕੇਸ਼ਨ ਦੇਖੋ ਗੁੱਡਸ ਦੀ ਆਪਾਂ ਦੇਖਦੇ ਹਾਂ। ਅਨਦਰ ਕਲਾਸੀਫਿਕੇਸ਼ਨ ਹੁੰਦੀ ਹੈ ਜੀ ਕੈਪੀਟਲ ਗੁੱਡਸ ਔਰ ਕੰਜ਼ਿਊਮਰ ਗੁੱਡਸ। ਦੇਖੋ ਕੈਪੀਟਲ ਗੁੱਡਸ ਉਹ ਗੁੱਡਸ ਹੁੰਦੀਆਂ ਜਿਨ੍ਹਾਂ ਦੀ ਹੈਲਪ ਨਾਲ ਪ੍ਰੋਡਕਸ਼ਨ ਕੀਤੀ ਜਾਂਦੀ ਹੈ। ਜਿਵੇਂ ਦੇਖੋ ਮਸ਼ੀਨ ਜਿਹੜੀ ਹੈਗੀ ਆ ਉਹਦੀ ਹੈਲਪ ਨਾਲ ਆਪਾਂ ਚੀਜ਼ਾਂ ਬਣਾਉਣੇ ਆ, ਉਹਦੀ ਹੈਲਪ ਦੇ ਨਾਲ ਆਪਾਂ ਜਿਹੜੀ ਹੈਗੀ ਆ ਚੀਜ਼ਾਂ ਦੇ ਵਿੱਚ ਵੈਲਿਊ ਐਡ ਕਰਦੇ ਆ। ਸੋ ਕੈਪੀਟਲ ਦੇਖੋ ਉਹ ਚੀਜ਼ ਹੁੰਦੀ ਹੈ ਜਿਹਤੋਂ ਆਪਾਂ ਨੂੰ ਕੀ ਕਹਿ ਦਿੰਦੇ ਆ, ਆਪਾਂ ਨੂੰ ਆਮਦਨ ਮਿਲਦੀ ਹੈ। ਸੋ ਕੈਪੀਟਲ ਗੁੱਡਸ ਉਹ ਗੁੱਡਸ ਹੁੰਦੀਆਂ ਜਿਹੜੀਆਂ ਪ੍ਰੋਡਕਸ਼ਨ ਕਰਦੀਆਂ ਤੇ ਜਿਹੜੀਆਂ ਸਾਨੂੰ ਇਨਕਮ ਜਨਰੇਟ ਕਰਨ ਦੇ ਵਿੱਚ ਹੈਲਪ ਕਰਦੀਆਂ। ਐਂਡ ਕੰਜ਼ਿਊਮਰ ਗੁੱਡਸ ਕਿਹੜੀਆਂ ਹੁੰਦੀਆਂ, ਜਿਹੜੀਆਂ ਜਸਟ ਕੀ ਕਰਨੀਆਂ, ਆਪਾਂ ਕੰਜ਼ਿਊਮ ਕਰਨੀ, ਜਿਵੇਂ ਕਿ ਫੂਡ ਹੋ ਗਿਆ ਜਾਂ ਕਲੋਥਸ ਹੋ ਗਈਆਂ। ਇਹਨਾਂ ਨੂੰ ਆਪਾਂ ਨੋਨ ਡਿਊਰੇਬਲ ਵੀ ਕਹਿ ਦਿੰਦੇ ਹਾਂ, ਬਿਕੋਜ਼ ਥੋੜੇ ਟਾਈਮ ਦੇ ਵਿੱਚ ਇਹਨਾਂ ਨੂੰ ਆਪਾਂ ਕੀ ਕਰਨਾ ਹੁੰਦਾ, ਯੂਜ਼ ਕਰਨਾ ਹੁੰਦਾ। ਨੈਕਸਟ ਦੇਖੋ ਜੇਕਰ ਆਪਾਂ GDP ਦੀ ਕਲਾਸੀਫਿਕੇਸ਼ਨ ਦੀ ਗੱਲ ਕਰੀਏ ਤਾਂ GDP ਨੂੰ ਦੋ ਭਾਗਾਂ 'ਚ ਵੰਡਦੇ ਹਾਂ ਜੀ ਆਪਾਂ, ਰੀਅਲ GDP ਐਂਡ ਨੋਮੀਨਲ GDP। ਸੋ ਫਸਟਲੀ ਆਪਾਂ ਨੋਮੀਨਲ GDP ਦੀ ਗੱਲ ਕਰਦੇ ਹਾਂ ਜੀ। ਦੇਖੋ ਹੁਣ ਫਾਈਨੈਂਸ਼ੀਅਲ ਈਅਰ ਕਿਹੜਾ ਚੱਲ ਰਿਹਾ, 2022-23 ਚੱਲ ਰਿਹਾ, ਠੀਕ ਹੈ। 2022 ਐਂਡ 23 ਦੇ ਵਿੱਚ ਜਿੰਨੀਆਂ ਵੀ ਗੁੱਡਸ ਐਂਡ ਸਰਵਿਸਿਜ਼ ਆਪਾਂ ਪ੍ਰੋਡਿਊਸ ਕਰਦੇ ਹਾਂ, ਜੇਕਰ ਆਪਾਂ ਉਹਨਾਂ ਸਾਰੀਆਂ ਨੂੰ ਇਸੇ ਸਾਲ ਦੇ ਵਿੱਚ ਜਿਹੜਾ ਪ੍ਰਾਈਸ ਚੱਲ ਰਿਹਾ, ਜੇਕਰ ਉਸ ਪ੍ਰਾਈਸ ਦੇ ਹਿਸਾਬ 'ਤੇ ਕੈਲਕੂਲੇਟ ਕਰਾਂਗੇ ਤਾਂ ਜਿਹੜੀ GDP ਨਿਕਲ ਕੇ ਆਊਗੀ ਉਹ ਕਿਹੜੀ GDP ਹੋਊਗੀ, ਨੋਮੀਨਲ GDP ਹੋਊਗੀ। ਪਰ ਇੱਕ ਗੱਲ ਦਾ ਦੇਖੋ ਧਿਆਨ ਰੱਖਣਾ, ਇਹਦੇ ਨਾਲ ਜਿਹੜੀ ਵੈਲਿਊ ਆਫ GDP ਆ ਉਹ ਬਹੁਤ ਇਨਫਲੇਟ ਹੋ ਜਾਂਦੀ ਹੈ। ਇਹ ਕਿਵੇਂ ਇਨਫਲੇਟ ਹੁੰਦੀ ਆ ਉਹ ਮੈਂ ਤੁਹਾਨੂੰ ਰੀਅਲ GDP ਨੂੰ ਸਮਝਾਉਣ ਤੋਂ ਬਾਅਦ ਦੱਸਦਾ। ਰੀਅਲ GDP ਕੀ ਹੁੰਦੇ, ਦੇਖੋ ਜੀ ਇੱਕ ਆਪਾਂ ਬੇਸ ਈਅਰ ਲੈ ਕੇ ਚੱਲਦੇ ਹਾਂ। ਬੇਸ ਈਅਰ ਨੂੰ ਮੈਂ ਤੁਹਾਨੂੰ ਸਮਝਾਉਣਾ, ਜਿਵੇਂ ਸਪੋਜ਼ ਕਰੋ ਤੁਹਾਡੇ 10ਵੀਂ ਦੇ ਵਿੱਚ ਨੰਬਰ ਆਏ ਸੀਗੇ 90%, 12ਵੀਂ ਦੇ ਵਿੱਚ ਤੁਹਾਡੇ ਨੰਬਰ ਆਉਂਦੇ ਆ 85%, ਉਸ ਤੋਂ ਬਾਅਦ ਤੁਸੀਂ BSc ਜਾਂ BA ਕਰਦੇ ਹੋ ਤਾਂ ਉਹਦੇ ਤੁਹਾਡੇ ਨੰਬਰ ਘਟ ਕੇ 75% ਰਹਿ ਜਾਂਦੇ ਆ, ਤੇ ਤੁਹਾਡੇ ਘਰ ਦੇ ਤੁਹਾਨੂੰ ਕਹਿੰਦੇ ਆ ਵੀ ਤੇਰੇ 10ਵੀਂ 'ਚ ਨੰਬਰ ਤੇਰੇ 90% ਸੀ ਤੇ ਹੁਣ ਤੇਰੇ ਨੰਬਰ ਘਟ ਕੇ 75% ਹੋ ਗਏ। ਸੋ ਜਿਹੜੇ 10ਵੀਂ ਦੇ ਨੰਬਰਾਂ ਦੇ ਬੇਸ ਤੇ ਦੇਖੋ ਉਹ ਤੁਹਾਡੇ BSc 'ਚ ਨੰਬਰਾਂ ਨੂੰ ਘੱਟ ਕਹਿ ਰਹੇ ਆ, ਤੇ ਇੱਥੋਂ ਆਪਾਂ ਨੂੰ ਕੀ ਪਤਾ ਲੱਗ ਜਾਂਦਾ ਕਿ 10ਵੀਂ ਦੇ ਨੰਬਰ ਕਿਹੜੇ ਨੰਬਰ ਹੋ ਜਾਂਦੇ ਆ, ਬੇਸ ਮਾਰਕਸ ਹੋ ਜਾਂਦੇ ਆ। ਉਸੇ ਤਰ੍ਹਾਂ ਇੱਕ ਬੇਸ ਈਅਰ ਹੁੰਦਾ, ਗੌਰਮੈਂਟ ਕੀ ਕਰਦੀ ਆ, ਇੱਕ ਪਰਟੀਕੂਲਰ ਈਅਰ ਦੇ ਜਿਹੜੇ ਵੀ ਕੀਮਤਾਂ ਹੁੰਦੀਆਂ ਉਹਨਾਂ ਕੀਮਤਾਂ ਨੂੰ ਬੇਸ ਈਅਰ ਤੌਰ ਤੇ ਲੈ ਕੇ ਚੱਲਦੇ। ਜਿਵੇਂ ਕਰੰਟਲੀ ਹੁਣ ਬੇਸ ਈਅਰ 2011-12 ਚੱਲ ਰਿਹਾ, ਠੀਕ ਹੈ। ਸੋ ਜੋ ਵੀ ਇਸ ਸਾਲ 2022-23 ਦੇ ਵਿੱਚ ਜਿੰਨੀਆਂ ਵੀ ਗੁੱਡਸ ਪ੍ਰੋਡਿਊਸ ਹੋਣਗੀਆਂ, ਸੋ ਜੇਕਰ ਆਪਾਂ ਉਹਨਾਂ ਸਾਰੀਆਂ ਗੁੱਡਸ ਦੀ ਕੀਮਤ ਨੂੰ 2011-12 ਦੇ ਕੀਮਤਾਂ ਦੇ ਆਧਾਰ ਤੇ ਮੈਜ਼ਰ ਕਰਾਂਗੇ ਤਾਂ ਜਿਹੜੀ GDP ਨਿਕਲ ਕੇ ਆਊਗੀ ਉਹ ਕੀ ਹੋਊਗੀ, ਰੀਅਲ GDP ਹੋਊਗੀ। ਹੁਣ ਤੁਸੀਂ ਐਂ ਦੇਖੋ, ਸਪੋਜ਼ ਕਰੋ 2011-12 ਦੇ ਵਿੱਚ ਵੀ 100 ਗੁੱਡਸ ਪ੍ਰੋਡਿਊਸ ਹੋਈਆਂ ਸੀ, 2022-23 ਦੇ ਵਿੱਚ ਵੀ 100 ਗੁੱਡਸ ਪ੍ਰੋਡਿਊਸ ਹੋਈਆਂ। ਉਸ ਵੇਲੇ ਦੇਖੋ ਗੁੱਡਸ ਦੀ ਕੀਮਤ ਸੀਗੀ 1 ਰੁਪਏ, ਪਰ 2022-23 'ਚ ਗੁੱਡਸ ਦੀ ਕੀਮਤ ਕਿੰਨੀ ਹੋ ਜਾਂਦੀ ਹੈ, 2 ਰੁਪਏ। ਸੋ ਸਾਰੀਆਂ ਗੁੱਡਸ ਦੀ ਕੀਮਤ 200 ਰੁਪਏ ਹੋਊਗੀ ਤੇ ਇੱਥੇ ਕਿੰਨੀ ਹੋਊਗੀ,
ਇੱਥੇ 100 ਹੋ ਗਈ। ਦੇਖੋ ਟੋਟਲ ਪ੍ਰੋਡਕਸ਼ਨ ਤਾਂ ਇੱਥੇ 100 ਆ, ਇੱਥੇ ਵੀ 100 ਆ, ਇੱਥੇ ਵੀ 100 ਆ, ਲੇਕਿਨ ਇਨਫਲੇਸ਼ਨ ਦੇ ਕਰਕੇ ਇੱਥੇ ਜਿਹੜੀ GDP ਆ ਉਹ ਨੀਅਰਲੀ ਕੀ ਹੋ ਗਈ, 100 ਦੇ ਨਾਲ ਇਨਫਲੇਟ ਹੋ ਗਈ। ਪਰ ਤੁਸੀਂ ਐਂ ਦੇਖੋ ਪ੍ਰੋਡਕਸ਼ਨ ਦੇ ਵਿੱਚ ਤਾਂ ਕੋਈ ਵਾਧਾ ਨਹੀਂ ਹੋਇਆ, ਕੋਈ ਇੰਪਲੋਇਮੈਂਟ ਦੇ ਵਿੱਚ ਕੋਈ ਇਨਕਰੀਜ਼ ਨਹੀਂ ਹੋਇਆ, ਲੇਕਿਨ ਜਸਟ ਪ੍ਰਾਈਸਿਸ ਦੇ ਵਿੱਚ ਇਨਕਰੀਜ਼ ਹੋਣ ਦੇ ਨਾਲ ਜਿਹੜੀ GDP ਉਹ ਇੰਨੀ ਇਨਫਲੇਟ ਹੋ ਰਹੀ ਹੈ। ਇਸੇ ਕਰਕੇ ਜਿਹੜੀ ਰੀਅਲ GDP ਆ ਉਹਨੂੰ ਕਰੈਕਟ ਮੈਜ਼ਰ ਆਫ ਗਰੋਥ ਮੰਨਿਆ ਜਾਂਦਾ। ਸੋ ਮੈਂ ਆਸ ਕਰਦਾ ਕਿ ਤੁਹਾਨੂੰ ਇਸ ਕੰਸੈਪਟ ਬਾਰੇ ਵੀ ਚੰਗੀ ਤਰ੍ਹਾਂ ਕਲੈਰਿਟੀ ਹੋ ਗਈ ਹੋਣੀ ਹੈ। ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸਣੀ ਚਾਹਣਾ, ਜਦੋਂ ਆਪਾਂ ਕਹਿੰਦੇ ਕਿ GDP ਗਰੋਥ ਰੇਟ 9% ਹੋ ਗਈ, ਇਟ ਮੀਨਸ ਕੀ ਆ, ਸਪੋਜ਼ ਕਰੋ ਕਿ 2011-12 ਦੇ ਵਿੱਚ GDP ਸੀ ਕਿੰਨੀ ਸੀ, 100 ਰੁਪਏ, ਪਰ ਹੁਣ ਅੱਜ ਦੇ ਟਾਈਮ GDP ਕਿੰਨੀ ਹੋ ਗਈ, 109। ਤਾਂ ਇਸ 109 ਨੂੰ ਆਹ 100 ਨਾਲ ਕੰਪੇਅਰ ਕੀਤਾ ਜਾਂਦਾ, ਇੱਥੇ 9 ਵੱਧ ਗਿਆ, ਇੱਥੇ 100 ਸੀ, ਇਟ ਮੀਨਸ ਕਿ GDP ਗਰੋਥ ਰੇਟ ਕਿੰਨੀ ਹੈ, 9% ਹੋਈ ਹੈ। ਨੈਕਸਟ ਹੈਗਾ ਜੀ GDP ਪਰ ਕੈਪੀਟਾ। ਜਦੋਂ ਜਿੰਨੀ ਟੋਟਲ GDP ਆਪਣੀ ਹੋਈ ਹੈ, ਜਦੋਂ ਉਹਨੂੰ ਪੋਪੂਲੇਸ਼ਨ ਦੇ ਨਾਲ ਆਪਾਂ ਡਿਵਾਈਡ ਕਰ ਦਿੰਦੇ ਆ, ਤਾਂ ਜਿਹੜੀ ਵੀ ਇੱਕ ਸਟੈਟ ਨਿਕਲ ਕੇ ਆਉਂਦਾ ਉਹਨੂੰ ਆਪਾਂ ਕਹਿੰਦੇ GDP ਪਰ ਕੈਪੀਟਾ। ਨੈਕਸਟ ਜਿਹੜਾ ਮੈਂ ਤੁਹਾਨੂੰ ਕਿਹਾ ਸੀ ਕਿ GDP ਦੇ ਵਿੱਚ ਕੀ ਇਨਕਲੂਡ ਹੁੰਦਾ ਤੇ ਕੀ ਨਹੀਂ ਇਨਕਲੂਡ ਹੁੰਦਾ, ਦੇਖੋ ਇਸ ਕਨਸੈਪਟ ਨੂੰ ਧਿਆਨ ਨਾਲ ਸਮਝੋ। ਦੇਖੋ ਕੋਈ ਵੀ US ਦੀ ਕੰਪਨੀ ਜੋ ਇੰਡੀਆ ਦੇ ਵਿੱਚ ਪ੍ਰੋਡਕਟ ਸੇਲ ਕਰ ਰਹੀ ਹੈ, ਉਹਨੂੰ ਇੰਡੀਆ ਦੀ GDP ਦੇ ਵਿੱਚ ਇਨਕਲੂਡ ਕੀਤਾ ਜਾਊਗਾ, ਲੇਕਿਨ ਇੰਡੀਆ ਦੀ ਨੈਸ਼ਨਲ ਇਨਕਮ ਦੇ ਵਿੱਚ ਇਨਕਲੂਡ ਨਹੀਂ ਕੀਤਾ ਜਾਊਗਾ। ਬਿਕੋਜ਼ ਨੈਸ਼ਨਲ ਇਨਕਮ ਦੇ ਵਿੱਚ ਕੀ ਹੁੰਦਾ, ਸਿਰਫ ਜੋ ਇੰਡੀਅਨ ਨੈਸ਼ਨਲ ਆ ਉਹਨਾਂ ਦੁਆਰਾ ਜੋ ਪ੍ਰੋਡਕਟ ਜਨਰੇਟ ਕੀਤੀ ਜਾ ਰਹੀ ਹੈ ਉਹ ਸ਼ਾਮਿਲ ਕੀਤੀ ਜਾਂਦੀ ਹੈ। ਲੇਕਿਨ ਜਦੋਂ ਆਪਾਂ GDP ਦੀ ਗੱਲ ਕਰਦੇ ਹਾਂ ਤਾਂ GDP ਦੇ ਵਿੱਚ ਐਨੀ ਰੈਜ਼ੀਡੈਂਟ ਦੀ ਹੁੰਦੀ ਹੈ, ਐਨੀ ਰੈਜ਼ੀਡੈਂਟ, ਇਹ ਚੀਜ਼ ਤੁਸੀਂ ਧਿਆਨ ਰੱਖਣਾ। ਹੁਣ ਦੇਖੋ ਧਿਆਨ ਦਿਓ, ਜੋ ਇੰਡੀਅਨ ਐਮਬੈਸੀ US ਦੇ ਵਿੱਚ ਲੋਕੇਟਡ ਆ, ਲੇਕਿਨ ਉਹ ਇੰਡੀਅਨ ਐਮਬੈਸੀ ਇੰਡੀਅਨ ਸੋਵਰੈਨਿਟੀ ਦਾ ਪਾਰਟ ਆ, ਸੋ ਦੈਟ ਇੰਡੀਅਨ ਐਮਬੈਸੀ ਵਿਲ ਬੀ ਇਨਕਲੂਡਡ ਇਨ ਇੰਡੀਅਨ ਡੋਮੈਸਟਿਕ ਟੈਰੀਟਰੀ, ਸੋ ਪ੍ਰੋਡਕਟ ਜਨਰੇਟਡ ਬਾਈ ਦੈਟ ਇੰਡੀਅਨ ਐਮਬੈਸੀ will be part of India's GDP, but any American embassy located in India will not be part of Indian territory. So product generated by this American embassy in India will be part of American GDP, because American embassy is a part of American sovereignty. Next देखो जी, salary and wages of Indian working in American embassy in India not included in Indian GDP। ਦੇਖੋ ਇਹ ਟਰਮ ਮੈਂ ਤੁਹਾਨੂੰ ਪਹਿਲੇ ਸਮਝਾ ਚੁੱਕਿਆ। ਸੋ ਮੈਂ ਆਸ ਕਰਦਾ ਕਿ ਹੁਣ ਤੁਹਾਨੂੰ GDP ਦੇ ਜੋ ਕਨਸੈਪਟ ਆ ਉਹ ਚੰਗੀ ਤਰ੍ਹਾਂ ਸਮਝ ਆ ਗਿਆ ਹੋਊ ਕਿ ਕਿਹੜੀ ਚੀਜ਼ GDP ਦੇ ਵਿੱਚ ਇਨਕਲੂਡ ਹੁੰਦੀ ਹੈ ਐਂਡ ਕਿਹੜੀ ਚੀਜ਼ GDP ਦੇ ਵਿੱਚ ਇਨਕਲੂਡ ਨਹੀਂ ਹੁੰਦੀ। ਨੈਕਸਟ ਗੱਲ ਕਰਦੇ ਹਾਂ GDP ਡੀਫਲੇਟਰ ਦੇ ਬਾਰੇ। ਦੇਖੋ ਇਸ ਪਾਰਟ ਦੇ ਵਿੱਚ ਕੁਐਸਚਨ ਡਾਇਰੈਕਟਲੀ ਪੇਪਰ 'ਚ ਪੁੱਛ ਲਿਆ ਜਾਂਦਾ। GDP ਡੀਫਲੇਟਰ ਦੇਖੋ ਕੀ ਹੁੰਦਾ ਜੀ, ਨੋਮੀਨਲ GDP ਓਵਰ ਰੀਅਲ GDP। ਦੇਖੋ ਸਪੋਜ਼ ਕਰੋ ਕਿ ਆਪਣੀ ਨੋਮੀਨਲ GDP ਕਿਸੇ ਸਾਲ ਹੁੰਦੀ ਹੈ 120 ਐਂਡ ਰੀਅਲ GDP ਸੀਗੀ ਆਪਣੀ 100। ਸੋ ਜਦੋਂ ਆਪਾਂ 120 ਨੂੰ 100 ਨਾਲ ਡਿਵਾਈਡ ਕਰਾਉਣਾ ਤਾਂ ਕਿੰਨਾ ਆ ਜਾਂਦਾ ਜੀ, 1.2। ਸੋ ਵਿਚ ਇਜ਼ ਗ੍ਰੇਟਰ ਦੈਨ 1। ਜੇਕਰ 1.2 ਗ੍ਰੇਟਰ ਦੈਨ 1 ਹੋ ਗਿਆ, ਇਟ ਮੀਨਸ ਕੀ ਹੋ ਗਿਆ ਕਿ ਇਨਫਲੇਸ਼ਨ ਕੀ ਹੋਊਗੀ, ਜ਼ਿਆਦਾ ਹੋਊਗੀ। ਦੇਖੋ ਰੀਅਲ GDP ਦਾ ਕਨਸੈਪਟ ਤੁਹਾਨੂੰ ਪਤਾ ਲੱਗ ਗਿਆ, ਨੋਮੀਨਲ GDP ਦਾ ਕਨਸੈਪਟ ਵੀ ਤੁਹਾਨੂੰ ਪਤਾ ਲੱਗ ਗਿਆ। ਸੋ ਜਦੋਂ ਨੋਮੀਨਲ GDP ਰੀਅਲ ਨਾਲੋਂ 20 ਜ਼ਿਆਦਾ, ਇਟ ਮੀਨਸ ਕੀ ਆ ਕਿ ਉਹ ਇਨਫਲੇਸ਼ਨ ਦੇ ਕਰਕੇ ਜ਼ਿਆਦਾ ਹੋ ਰਹੀ ਹੈ। ਜੇਕਰ ਇਹ ਲੈਸ ਦੈਨ 1 ਆ ਦੇਖੋ ਤਾਂ ਇਟ ਮੀਨਸ ਕੀ ਹੋਊਗਾ, ਇਨਫਲੇਸ਼ਨ ਕੀ ਹੋਊਗੀ, ਘੱਟ ਹੋਊਗੀ, ਮਹਿੰਗਾਈ ਘੱਟ ਹੋਊਗੀ। ਐਂਡ ਜੇਕਰ ਇਹ ਗ੍ਰੇਟਰ ਦੈਨ ਇਕੁਅਲ ਟੂ 1 ਆ, ਇਟ ਮੀਨਸ ਇਹ ਕੀ ਹੋਊਗੀ, ਇਹ ਇਕੁਐਲਿਟੀ ਦੇ ਸਟੇਟਸ ਤੇ ਹੋਊਗੀ। ਇੱਕ ਦੋ ਹੋਰ ਇੰਪੋਰਟੈਂਟ ਟਰਮਸ ਦੇਖੋ, ਸਟਾਕ ਐਂਡ ਫਲੋ ਬਾਰੇ ਮੈਂ ਤੁਹਾਨੂੰ ਦੱਸਣਾ ਚਾਹਣਾ। ਦੇਖੋ ਆਹ ਦੇਖੋ ਇੱਕ ਬਾਲਟੀ ਆ ਤੇ ਆਹ ਇੱਕ ਟੈਪ ਆ, ਆਹ ਟੈਪ ਆ ਬਾਲਟੀ ਹੈ। ਦੇਖੋ ਟੈਪ ਦੇ ਵਿੱਚੋਂ ਪਾਣੀ ਜਿਹੜਾ ਹੈਗਾ ਉਹ ਆ ਕੇ ਬਾਲਟੀ ਦੇ ਵਿੱਚ ਪੈ ਰਿਹਾ। ਸੋ ਜਿਹੜਾ ਦੇਖੋ ਆ ਪਾਣੀ ਜਮਾ ਹੋ ਰਿਹਾ, that will be the stock, ਐਂਡ ਜਿਹੜਾ ਦੇਖੋ ਆਹ ਟੂਟੀ ਦੇ ਵਿੱਚੋਂ ਪਾਣੀ ਆ ਰਿਹਾ, that will be flow। ਹੁਣ ਦੇਖੋ ਇਸ ਕਨਸੈਪਟ ਨੂੰ ਸਮਝੋ, ਸਟਾਕ ਇੱਕ ਉਹ ਚੀਜ਼ ਹੁੰਦੀ ਹੈ ਜੋ ਇੱਕ ਪਰਟੀਕੂਲਰ ਪੁਆਇੰਟ ਆਫ ਟਾਈਮ ਨਾਲ ਕੰਸਰਨਡ ਹੁੰਦੀ ਹੈ। ਦੇਖੋ ਜਿਵੇਂ ਕਿ ਇਸ ਬਾਲਟੀ 'ਚ ਕਿੰਨਾ ਪਾਣੀ ਹੈ, ਲੇਕਿਨ ਕਿੰਨਾ ਹੋਰ ਆ ਰਿਹਾ ਉਹ ਕੀ ਹੋਊਗਾ, ਫਲੋ। ਹੁਣ ਫਲੋ ਦਾ ਮੀਨਿੰਗ ਕੀ ਹੈ ਜੀ, ਫਲੋ ਇੱਕ ਉਹ ਕੁਆਂਟੀਟੀ ਹੁੰਦੀ ਹੈ ਜਿਹੜੀ ਇੱਕ ਸਪੈਸੀਫਿਕ ਟਾਈਮ ਪੀਰੀਅਡ ਨਾਲ ਰਿਲੇਟਡ ਹੁੰਦੀ ਹੈ। ਜਿਵੇਂ ਕਿ ਆਪਣੀ ਮੰਥਲੀ ਸੈਲਰੀ ਆਉਂਦੀ ਹੈ,
ਆਪਣੀ ਮੰਥਲੀ ਜਿਹੜੀ ਇਨਕਮ ਹੁੰਦੀ ਹੈ। ਇੱਕ ਹੋਰ ਐਗਜ਼ਾਮਪਲ ਦੇਖੋ ਕੀ ਹੈ ਇਹਦੀ, ਜੋ ਤੁਹਾਡਾ ਇੱਕ ਕਰੰਟ ਪੁਆਇੰਟ ਤੇ ਬੈਂਕ ਬੈਲੈਂਸ ਆ ਉਹ ਕੀ ਹੋਊਗਾ ਸਟਾਕ। ਜਿਵੇਂ ਸਪੋਜ਼ ਕਰੋ ਤੁਹਾਡੇ ਖਾਤੇ ਦੇ ਵਿੱਚ 10,000 ਰੁਪਇਆ, ਠੀਕ ਹੈ। ਤੁਸੀਂ ਕੀ ਕੀਤਾ, 1 ਤਰੀਕ ਨੂੰ 500 ਰੁਪਇਆ ਕਢਾ ਲਿਆ, ਫਿਰ 2 ਤਰੀਕ ਨੂੰ ਫਿਰ 100 ਰੁਪਇਆ ਕਢਾ ਲਿਆ, ਫਿਰ ਇਸੇ ਤਰ੍ਹਾਂ ਕਰਦੇ ਕਰਾਉਂਦੇ ਤੁਸੀਂ ਟੋਟਲੀ ਕੀ ਹੋ ਗਿਆ 5,000 ਰੁਪਏ ਦਾ ਖਰਚ ਕਰਤਾ। ਸੋ ਜਿਹੜਾ ਤੁਸੀਂ ਮੰਥਲੀ ਐਕਸਪੈਂਡੀਚਰ ਕਰ ਰਹੇ ਹੋ ਦੈਟ ਵਿਲ ਬੀ ਫਲੋ, ਐਂਡ ਉਹ ਐਕਸਪੈਂਡੀਚਰ ਕਰਨ ਤੋਂ ਬਾਅਦ ਜਿੰਨੀ ਤੁਹਾਡੀ ਲੈਫਟ ਅਮਾਊਂਟ ਹੋਊਗਾ ਦੈਟ ਵਿਲ ਬੀ ਕਾਲਡ ਸਟਾਕ। ਨੈਕਸਟ ਦੇਖੋ ਜੀ, GDP ਨੂੰ ਮੈਜ਼ਰ ਕਿਵੇਂ ਕੀਤਾ ਜਾਂਦਾ। ਦੇਖੋ GDP ਨੂੰ ਮੈਜ਼ਰ ਕਰਨ ਦੇ ਦੋ ਵੇ ਹੁੰਦੇ ਆ, ਇੱਕ ਤਾਂ GDP ਨੂੰ ਫੈਕਟਰ ਕਾਸਟ ਤੇ ਮੈਜ਼ਰ ਕਰਨਾ, ਇੱਕ GDP ਨੂੰ ਮੈਜ਼ਰ ਕਰਨਾ ਜੀ ਮਾਰਕੀਟ ਪ੍ਰਾਈਸ ਤੇ। ਫੈਕਟਰਸ ਬਾਰੇ ਮੈਂ ਤੁਹਾਨੂੰ ਪਹਿਲੇ ਦੱਸ ਚੁੱਕਿਆ, ਜੋ ਫਸਟ ਵੀਡੀਓ ਸੀਗੀ ਉਹਦੇ 'ਚ ਫੈਕਟਰਸ ਬਾਰੇ ਡਿਸਕਸ ਕੀਤਾ ਸੀ। ਜਦੋਂ ਆਪਾਂ GDP ਨੂੰ ਫੈਕਟਰ ਕਾਸਟ ਤੇ ਮੈਜ਼ਰ ਕਰਨਾ, ਇਟ ਮੀਨਸ ਕੀ ਹੋਊਗਾ, ਕਾਸਟ ਆਫ ਫੈਕਟਰਸ ਆਫ ਪ੍ਰੋਡਕਸ਼ਨ। ਸੋ ਦੇਖੋ ਜੋ ਐਂਟਰਪ੍ਰੈਨਰ ਆ ਉਹਨੂੰ ਆਪਾਂ ਪ੍ਰੋਫਿਟ ਪੇ ਕਰਾਂਗੇ, ਠੀਕ ਹੈ ਜੀ। ਜੋ ਮਜ਼ਦੂਰ ਹੋਊਗਾ ਉਹਨੂੰ ਲੇਬਰ ਪ੍ਰਾਈਸ ਆਪਾਂ ਪੇ ਕਰਾਂਗੇ, ਜੋ ਲੈਂਡ ਆ ਉਹਦਾ ਆਪਾਂ ਰੈਂਟ ਪੇ ਕਰਨਾ ਪਊਗਾ ਆਪਾਂ ਨੂੰ, ਐਂਡ ਜੋ ਪੂੰਜੀ ਆ ਉਹਦਾ ਕੀ ਪੇ ਕਰਨਾ ਪਊ ਆਪਾਂ ਨੂੰ, ਵਿਆਜ ਪੇ ਕਰਨਾ ਪਊਗਾ। ਸੋ ਜਦੋਂ ਆਪਾਂ ਇਹ ਸਾਰੀ ਕਾਸਟ ਇਨਕਲੂਡ ਕਰ ਲੈਂਦੇ ਹਾਂ ਦੈਟ ਵਿਲ ਬੀ ਕਾਲਡ GDP ਐਟ ਫੈਕਟਰ ਪ੍ਰਾਈਸ। ਹੁਣ ਤੁਸੀਂ ਇੱਕ ਗੱਲ ਹੋਰ ਨੋਟ ਕਰੋ, ਸਪੋਜ਼ ਕਰੋ ਮੈਂ ਬੈਂਕ ਤੋਂ 10,000 ਰੁਪਏ ਵਿਆਜ ਲਿਆ ਹੋਇਆ ਸੀ। ਤੁਸੀਂ ਸ਼ਾਇਦ ਇਸ ਚੀਜ਼ ਬਾਰੇ ਜਾਣੂ ਹੋਵੋਗੇ ਕਿ ਜੋ ਕਿਸਾਨ ਕ੍ਰੈਡਿਟ ਕਾਰਡ ਬਣੇ ਹੁੰਦੇ ਆ ਉਹਨਾਂ ਦਾ ਵੈਸੇ 7% ਵਿਆਜ ਹੁੰਦਾ, ਲੇਕਿਨ ਜੋ ਕਿਸਾਨ ਇਸ ਨੂੰ ਬਿਲਕੁਲ ਸਹੀ ਟਾਈਮ ਤੇ ਭਰਦਾ ਉਹਨੂੰ 3% ਰਿਬੇਟ ਹੋਰ ਮਿਲ ਜਾਂਦੀ ਹੈ, ਤਾਂ ਉਹਦਾ ਇੰਟਰਸਟ ਰੇਟ ਕੀ ਹੋ ਜਾਂਦਾ ਇਫੈਕਟਿਵ, ਸਿਰਫ 4% ਰਹਿ ਜਾਂਦਾ। ਸੋ ਤੁਸੀਂ ਐਂ ਮੰਨੋ ਕਿ ਜੇਕਰ ਮੈਂ 10,000 ਰੁਪਇਆ ਵਿਆਜ ਤੇ ਲਿਆ ਹੋਇਆ ਸੀ, ਸੋ ਮੈਂ ਉਹਨੂੰ ਪ੍ਰੋਪਰਲੀ ਪੇ ਕਰ ਰਿਹਾ, ਠੀਕ ਹੈ, ਤਾਂ ਬੈਂਕ ਮੈਨੂੰ ਸਪੋਜ਼ ਕਰੋ ਮੈਂ 12,000 ਰੁਪਏ ਪੇ ਕਰਨਾ ਸੀ ਵਿਆਜ ਤੇ, ਪਰ ਮੈਂ ਬਹੁਤ ਵਧੀਆ ਵੇ ਨਾਲ ਬੈਂਕ ਨਾਲ ਕਮਿਊਨੀਕੇਸ਼ਨ ਕੀਤੀ, ਬਹੁਤ ਵਧੀਆ ਰਾਬਤੇ ਰੱਖੇ ਮੈਂ ਬੈਂਕ ਨਾਲ, ਚੰਗੀ ਤਰ੍ਹਾਂ ਮੈਂ ਸਾਰੀਆਂ ਕਿਸ਼ਤਾਂ ਪੇ ਕਰਦਾ ਰਿਹਾ, ਤਾਂ ਬੈਂਕ ਮੈਨੂੰ ਐਂਡ ਦੇ ਵਿੱਚ ਕੀ ਕਰਦਾ 500 ਰੁਪਏ ਰਿਬੇਟ ਦੇ ਦਿੰਦਾ, ਤਾਂ ਮੈਨੂੰ ਕਿੰਨਾ ਪੇ ਕਰਨਾ ਪੈਂਦਾ, ਸਿਰਫ 11,500। ਹੁਣ ਦੇਖੋ ਇਹ ਕਨਸੈਪਟ ਮੈਂ ਤੁਹਾਨੂੰ ਕਿਉਂ ਸਮਝਾਇਆ, ਕਿਉਂਕਿ ਅੱਗੇ ਆਪਾਂ GDP ਐਟ ਮਾਰਕੀਟ ਪ੍ਰਾਈਸ ਦੀ ਗੱਲ ਕਰਦੇ। ਦੇਖੋ ਆਹ 500 ਰੁਪਇਆ ਕੀ ਹੋ ਗਿਆ, ਮੇਰੀ ਸਬਸਿਡੀ ਹੋ ਗਈ, ਠੀਕ ਹੈ। ਸੋ ਜਦੋਂ ਆਪਾਂ GDP ਐਟ ਮਾਰਕੀਟ ਪ੍ਰਾਈਸ ਦੀ ਗੱਲ ਕਰਾਂਗੇ ਤਾਂ ਉਦੋਂ ਆਪਾਂ ਕੀ ਕਰਨਾ, ਜੋ GDP ਐਟ ਫੈਕਟਰ ਕਾਸਟ ਹੋਊਗਾ ਉਹਦੇ ਵਿੱਚੋਂ ਸਬਸਿਡੀਆਂ ਜਿਹੜੀਆਂ ਹੁੰਦੀਆਂ ਉਹ ਮਾਈਨਸ ਕਰ ਦੇਣੀ ਹੈ, ਐਂਡ ਜੋ ਵੀ ਪ੍ਰੋਡਕਟ ਤੇ ਆਪਾਂ ਨੂੰ ਟੈਕਸ ਪੇ ਕਰਨੇ ਪਏ ਆ ਉਹ ਕੀ ਕਰਦੇ ਨੇ ਆਪਾਂ ਐਡ ਕਰ ਦੇਣੇ। ਸੋ ਦੇਖੋ ਸਬਸਿਡੀ ਨੂੰ ਹੁਣ ਮੈਂ ਮਾਈਨਸ ਕਿਉਂ ਕੀਤਾ ਇੱਥੇ, ਬਿਕੋਜ਼ ਮੈਂ ਸ਼ੋਅ ਕੀਤਾ ਸੀਗਾ ਕਿ ਮੈਨੂੰ 12,000 ਰੁਪਏ ਪੇ ਕਰਨਾ ਪੈਣਾ, ਪਰ ਐਕਚੁਅਲ ਦੇ ਵਿੱਚ ਮੈਂ ਪੇ ਕਿੰਨਾ ਕੀਤਾ 11,500, ਇਟ ਮੀਨਸ 500 ਮੈਨੂੰ ਸਬਸਿਡੀ ਹੈ। ਸੋ ਇਸੇ ਕਰਕੇ 500 ਜਿਹੜੀ ਸਬਸਿਡੀ ਹੈ ਮੈਨੂੰ ਮਾਈਨਸ ਕਰਨੀ ਪਊਗੀ, ਬਿਕੋਜ਼ ਨਹੀਂ ਤਾਂ ਜਿਹੜਾ ਪ੍ਰੋਡਕਟ ਦਾ ਪ੍ਰਾਈਸ ਹੋਊਗਾ, ਜੇ ਐਕਚੁਅਲ ਕਾਸਟ ਹੋਊਗੀ ਉਹ ਬਿਲਕੁਲ ਸਹੀ ਵੇ ਨਾਲ ਮੈਜ਼ਰ ਨਹੀਂ ਹੋ ਸਕਣੀ। ਐਂਡ ਇਹ ਚੀਜ਼ ਦਾ ਆਪਾਂ ਨੂੰ ਬਿਲਕੁਲ ਆਈਡੀਆ ਹੈਗਾ ਕਿ ਜਦੋਂ ਵੀ ਆਪਾਂ ਮਾਰਕੀਟ ਦੇ ਵਿੱਚ ਕੋਈ ਵੀ ਚੀਜ਼ ਪਰਚੇਜ਼ ਕਰਦੇ ਹਾਂ, ਸਪੋਜ਼ ਕਰੋ ਤੁਸੀਂ ਇੱਕ ਨਿੱਕਾ ਜਿਹਾ ਬਿਸਕੁਟ ਦਾ ਪੈਕੇਟ ਹੀ ਪਰਚੇਜ਼ ਕੀਤਾ, ਜੇਕਰ ਉਹ 10 ਰੁਪਏ ਦਾ, ਤਾਂ ਉਹਦੇ ਪਿੱਛੇ ਲਿਖਿਆ ਹੁੰਦਾ ਕਿ ਇਨਕਲੂਸਿਵ ਆਫ ਆਲ ਟੈਕਸਿਸ। ਇਟ ਮੀਨਸ ਕੀ ਹੋਗਾ ਕਿ ਮਾਰਕੀਟ ਪ੍ਰਾਈਸ ਦੀ ਜਦੋਂ ਵੀ ਗੱਲ ਕਰਾਂਗੇ ਆਪਾਂ ਤਾਂ ਟੈਕਸ ਉਹਦੇ ਵਿੱਚ ਕੀ ਹੋਣਗੇ, ਇਨਕਲੂਡ ਹੋਣਗੇ। ਸੋ GDP ਐਟ ਮਾਰਕੀਟ ਪ੍ਰਾਈਸ ਕਿਹਦੇ ਇਕੁਅਲ ਹੋਊਗਾ, GDP ਐਟ ਫੈਕਟਰ ਕਾਸਟ ਮਾਈਨਸ ਸਬਸਿਡੀਜ਼ ਪਲੱਸ ਇਨਡਾਇਰੈਕਟ ਟੈਕਸ। ਐਂਡ ਜਦੋਂ ਆਪਾਂ GDP ਐਟ ਫੈਕਟਰ ਕਾਸਟ ਨੂੰ GDP ਐਟ ਮਾਰਕੀਟ ਪ੍ਰਾਈਸ ਦੇ ਰਾਹੀਂ ਮੈਜ਼ਰ ਕਰਨਾ ਤਾਂ ਉਹ ਕਿਹਦੇ ਇਕੁਅਲ ਹੋਊਗਾ, GDP ਐਟ ਫੈਕਟਰ ਕਾਸਟ ਵਿਲ ਬੀ GDP ਐਟ ਮਾਰਕੀਟ ਪ੍ਰਾਈਸ, ਸਬਸਿਡੀਜ਼ ਐਡ ਕਰ ਦੇਣੀ ਹੈ, ਇਨਡਾਇਰੈਕਟ ਟੈਕਸ ਮਾਈਨਸ ਕਰ ਦੇਣਾ। ਹੁਣ ਦੇਖੋ ਜੀ ਵੇਰੀਅਸ ਮੈਥਡਸ ਜੋ ਆਪਾਂ GDP ਫਾਈਂਡ ਕਰਨ ਦੇ ਲਈ ਯੂਜ਼ ਕਰਦੇ ਆ, ਉਹਨਾਂ 'ਚ ਫਸਟ ਹੁੰਦਾ ਜੀ ਇਨਕਮ ਮੈਥਡ। ਇਹਦਾ ਮੀਨਿੰਗ ਕੀ ਹੁੰਦਾ, ਜਿੰਨੇ ਵੀ ਫੈਕਟਰਸ ਆਫ ਪ੍ਰੋਡਕਸ਼ਨ ਆ ਉਹਨਾਂ ਦੇ ਦੁਆਰਾ ਜਿੰਨੀ ਇਨਕਮ ਜਨਰੇਟ ਕੀਤੀ ਗਈ ਆ, ਅਰਨ ਕੀਤੀ ਗਈ ਆ, ਦੈਟ ਵਿਲ ਬੀ ਸਾਰੇ ਦਾ ਜਿੰਨਾ ਵੀ ਸਮ ਹੋਊਗਾ ਉਹ ਸਾਰਾ ਸਮ ਜਦੋਂ ਆਪਾਂ ਜੋੜ ਲਾਂਗੇ ਤਾਂ ਉਹ ਕੀ ਹੋਊਗੀ ਆਪਣੀ GDP ਥਰੂ ਇਨਕਮ ਮੈਥਡ। ਦੇਖੋ ਲੇਬਰ ਐਡ ਕਰ ਲੈਣੀ ਆਪਾਂ, ਪ੍ਰੋਫਿਟ ਐਡ ਕਰ ਲੈਣਾ, ਰੈਂਟ ਐਡ ਕਰ ਲੈਣਾ, ਇੰਟਰਸਟ ਐਡ ਕਰ ਲੈਣਾ, ਤਾਂ ਸਾਰਾ ਕੀ ਹੋ ਜੂਗੀ GDP ਆਪਣੀ ਕਾਊਂਟ ਹੋ ਜੂਗੀ। ਨੈਕਸਟ ਹੈਗਾ ਜੀ ਇੰਪੋਰਟੈਂਟ ਐਕਸਪੈਂਡੀਚਰ ਮੈਥਡ। ਐਕਸਪੈਂਡੀਚਰ ਮੈਥਡ ਦੇ ਥਰੂ GDP ਕਿਵੇਂ ਕਾਊਂਟ ਕਰਦੇ ਆ ਆਪਾਂ, ਕੰਜ਼ਪਸ਼ਨ ਪਲੱਸ ਇਨਵੈਸਟਮੈਂਟ ਪਲੱਸ ਜਿੰਨਾ ਗਵਰਨਮੈਂਟ ਐਕਸਪੈਂਡੀਚਰ ਕਰ ਰਹੀ ਹੈ ਪਲੱਸ ਜਿੰਨੇ ਕੰਟਰੀ ਨੇ ਐਕਸਪੋਰਟ ਕੀਤੇ ਉਹਦੇ 'ਚ ਮਾਈਨਸ ਕਰਦੇ ਨੇ ਜਿੰਨੇ ਆਪਾਂ ਇੰਪੋਰਟ ਕੀਤੇ। ਬਿਕੋਜ਼ ਇਹ ਚੀਜ਼ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਇਕੋਨਮੀ ਦੇ ਵਿੱਚ
ਆਪਾਂ ਨੂੰ ਐਕਸਪੋਰਟ ਵੀ ਕਰਨੇ ਹੁੰਦੇ ਆ ਤੇ ਆਪਾਂ ਨੂੰ ਇੰਪੋਰਟ ਵੀ ਕਰਨੇ ਪੈਂਦੇ ਆ, ਬਿਕੋਜ਼ ਕੋਈ ਕੰਟਰੀ ਇਸ ਤਰ੍ਹਾਂ ਦੀ ਨਹੀਂ ਹੈਗੀ ਜੋ ਕਹੇ ਕਿ ਮੈਂ ਸਾਰੀ ਚੀਜ਼ਾਂ ਆਪਣੇ ਆਪ ਹੀ ਬਣਾ ਸਕਦੀ ਹਾਂ। ਠੀਕ ਹੈ, ਸੋ ਐਕਸਪੋਰਟਸ ਨੂੰ ਇੰਜੈਕਸ਼ਨ ਵੀ ਕਹਿੰਦੇ। ਇੰਜੈਕਸ਼ਨ ਕਿਉਂ ਕਹਿੰਦੇ ਆ? ਬਿਕੋਜ਼ ਇਹਦੇ ਨਾਲ ਸਾਡੇ ਕੋਲੇ ਪੈਸਾ ਆਉਂਦਾ। ਇੰਪੋਰਟ ਨੂੰ ਲੀਕੇਜ ਕਹਿੰਦੇ ਆ ਬਿਕੋਜ਼ ਇਹਨਾਂ ਰਾਹੀਂ ਸਾਡੇ ਤੋਂ ਪੈਸਾ ਜਾਂਦਾ। ਹੁਣ ਕੰਜ਼ੰਪਸ਼ਨ ਦੇਖੋ ਜੀ ਕੀ ਹੁੰਦੀ ਹੈ, ਜਦੋਂ ਆਪਾਂ ਐਕਸਪੈਂਡੀਚਰ ਮੈਥਡ ਰਾਹੀਂ ਆ ਸੀ ਕੰਪੋਨੈਂਟ ਦੀ ਗੱਲ ਕਰਦੇ ਆ ਕੰਜ਼ੰਪਸ਼ਨ ਦੀ, ਤਾਂ ਕੰਜ਼ੰਪਸ਼ਨ ਦਾ ਮੀਨਿੰਗ ਹੁੰਦਾ ਪ੍ਰਾਈਵੇਟ ਕੰਜ਼ੰਪਸ਼ਨ। ਪ੍ਰਾਈਵੇਟ ਕੰਜ਼ੰਪਸ਼ਨ ਦਾ ਮੀਨਿੰਗ ਕੀ ਹੈ? ਜਿਵੇਂ ਸਪੋਜ਼ ਕਰੋ ਮੈਂ ਇੱਕ ਆਮ ਪਰਸਨ ਆ, ਸੋ ਜੋ ਮੇਰੀ ਕੰਜ਼ੰਪਸ਼ਨ ਹੋਊਗੀ, ਮੇਰੇ ਦੁਆਰਾ ਖਰਚਾ ਕੀਤਾ ਜਾਊਗਾ, ਉਹ ਪ੍ਰਾਈਵੇਟ ਕੰਜ਼ੰਪਸ਼ਨ ਦਾ ਪਾਰਟ ਹੋ। ਦੇਖੋ ਜੋ ਪੰਜਾਬੀ ਮੀਡੀਅਮ ਵਾਲਾ ਉਹਨੂੰ ਦੱਸਣਾ ਚਾਹੁੰਦਾ, ਕੰਜ਼ੰਪਸ਼ਨ ਦਾ ਮੀਨਿੰਗ ਹੁੰਦਾ ਜੀ ਖਰਚਾ। ਜੋ ਵੀ ਆਪਾਂ ਰੋਜ਼ ਦੀ ਰੋਜ਼ ਚੀਜ਼ਾਂ ਖਰੀਦ ਰਹੇ ਹਾਂ, ਆਪਾਂ ਆਟਾ ਖਰੀਦਦੇ ਹਾਂ, ਆਪਾਂ ਰੋਜ਼ਮਰਾ ਦੀਆਂ ਕੋਈ ਬਰਸ਼ ਖਰੀਦੇ ਆ, ਕੋਈ ਆਪਾਂ ਸਾਬਣ ਖਰੀਦੀ, ਤਾਂ ਦੈਟ ਵਿਲ ਬੀ ਆਰ ਪ੍ਰਾਈਵੇਟ ਕੰਜ਼ੰਪਸ਼ਨ। ਤੇ ਇੱਕ ਗੱਲ ਦਾ ਧਿਆਨ ਰੱਖਣਾ, ਪ੍ਰਾਈਵੇਟ ਕੰਜ਼ੰਪਸ਼ਨ ਇਜ਼ ਅ ਮੇਜਰ ਸ਼ੇਅਰ ਇਨ ਇੰਡੀਅਨ ਇਕੋਨਮੀ। ਪ੍ਰਾਈਵੇਟ ਕੰਜ਼ੰਪਸ਼ਨ ਦਾ ਇੰਡੀਅਨ ਇਕੋਨਮੀ ਦੇ ਬਹੁਤ ਮੇਜਰ ਸ਼ੇਅਰ ਆ। ਨੀਅਰਲੀ 60% ਜਿਹੜਾ ਸ਼ੇਅਰ ਆ ਇੰਡੀਅਨ ਇਕੋਨਮੀ ਦੇ ਵਿੱਚ ਉਹ ਪ੍ਰਾਈਵੇਟ ਕੰਜ਼ੰਪਸ਼ਨ ਦਾ। ਨੈਕਸਟ ਆ ਗਿਆ ਜੀ ਇਨਵੈਸਟਮੈਂਟ। ਦੇਖੋ ਇਨਵੈਸਟਮੈਂਟ ਕੀ ਹੁੰਦੀ ਹੈ? ਇਨਵੈਸਟਮੈਂਟ ਦਾ ਮੀਨਿੰਗ ਹੁੰਦਾ ਕੈਪੀਟਲ ਗੁੱਡਸ ਨੂੰ ਪਰਚੇਜ਼ ਕਰਨਾ। ਤੇ ਕੈਪੀਟਲ ਗੁੱਡਸ ਕਿਹੜੀਆਂ ਗੁੱਡਸ ਹੁੰਦੀਆਂ? ਉਹ ਗੁੱਡਸ ਜਿਨ੍ਹਾਂ ਤੋਂ ਸਾਨੂੰ ਆਮਦਨ ਹੁੰਦੀ ਹੈ, ਜਿਹੜੀ ਸਾਡੀ ਪ੍ਰੋਡਕਸ਼ਨ 'ਚ ਹੈਲਪ ਕਰਦੀ ਹੈ। ਜਿਵੇਂ ਸਪੋਜ਼ ਕਰੋ ਮੈਂ ਕੋਈ ਮਸ਼ੀਨਰੀ ਖਰੀਦ ਰਿਹਾ, ਜਿਵੇਂ ਸਪੋਜ਼ ਕਰੋ ਜੇਕਰ ਮੈਂ ਕੋਈ ਕੋਚਿੰਗ ਇੰਸਟੀਟਿਊਸ਼ਨ ਸਟਾਰਟ ਕਰ ਰਿਹਾ ਤਾਂ ਉਹਦੇ ਲਈ ਮੈਂ ਬਿਲਡਿੰਗ ਖੜੀ ਕਰ ਰਿਹਾ। ਇਨਵੈਸਟਮੈਂਟ ਨੂੰ ਗਰੋਸ ਕੈਪੀਟਲ ਫਾਰਮੇਸ਼ਨ ਵੀ ਕਹਿ ਦਿੰਦੇ ਆ। ਗਰੋਸ ਕੈਪੀਟਲ ਫਾਰਮੇਸ਼ਨ, ਦੇਖੋ ਕੈਪੀਟਲ ਫਾਰਮੇਸ਼ਨ। ਹੁਣ ਇਸ ਚੀਜ਼ ਨੂੰ ਸਮਝਾਉਣ ਦੀ ਮੈਨੂੰ ਲੱਗਦਾ ਨਹੀਂ ਹੈਗਾ ਕਿ ਮੈਨੂੰ ਦੁਬਾਰਾ ਜ਼ਰੂਰਤ ਪਊਗੀ, ਤੁਸੀਂ ਚੰਗੀ ਤਰ੍ਹਾਂ ਸਮਝ ਚੁੱਕੇ ਹੋਵੋਗੇ। ਗਰੋਸ ਕੈਪੀਟਲ ਫਾਰਮੇਸ਼ਨ ਨੂੰ ਅੱਗੇ 2 ਟਾਈਪਸ ਵਿੱਚ ਡਿਵਾਈਡ ਕੀਤਾ ਜਾਂਦਾ, ਗਰੋਸ ਫਿਕਸਡ ਕੈਪੀਟਲ ਫਾਰਮੇਸ਼ਨ ਐਂਡ ਚੇਂਜ ਇਨ ਇਨਵੈਂਟਰੀ। ਦੇਖੋ ਫਿਕਸਡ ਦਾ ਮੀਨਿੰਗ ਉਹ ਚੀਜ਼ਾਂ ਹੁੰਦੀਆਂ ਜਿਹੜੀਆਂ ਇੱਕ ਤਾਂ ਜੰਮੀਆਂ ਵੀ ਆ, ਜਿਹਨਾਂ ਨੂੰ ਆਪਾਂ ਹਿਲਾ ਨਹੀਂ ਸਕਦੇ, ਜਿਵੇਂ ਕਿ ਬਹੁਤ ਵੱਡੀਆਂ ਵੱਡੀਆਂ ਇਮਾਰਤਾਂ ਖੜੀਆਂ ਕਰਤੀਆਂ ਆਪਾਂ, ਜਾਂ ਆਪਾਂ ਬਹੁਤ ਤਕੜੀਆਂ ਮਸ਼ੀਨਾਂ ਲੈ ਜਾਂਦੀਆਂ। ਜਦੋਂ ਆਪਾਂ ਚੇਂਜ ਇਨ ਇਨਵੈਂਟਰੀ ਦੀ ਗੱਲ ਕਰਦੇ ਹਾਂ ਤਾਂ ਇਹਨੂੰ ਇਸ ਕਨਸੈਪਟ ਨੂੰ ਸਮਝੋ। ਜਿਵੇਂ ਸਪੋਜ਼ ਕਰੋ ਮੈਂ 500 ਚੀਜ਼ਾਂ ਕੀ ਕੀਤੀਆਂ ਸੀਗੀਆਂ, ਪ੍ਰੋਡਕਸ਼ਨ ਕੀਤੀ ਸੀ 500 ਚੀਜ਼ਾਂ ਦੀ, ਉਹਨਾਂ 'ਚ ਮੈਂ 400 ਸੇਲ ਕਰਤੀਆਂ, ਬਟ ਉਹਨਾਂ ਦੇ ਵਿੱਚੋਂ 100 ਥਿੰਗਸ ਜਿਹੜੀਆਂ ਹੋ ਗਈਆਂ ਉਹ ਮੇਰੀ ਇਨਵੈਂਟਰੀ ਦੇ ਵਿੱਚ ਰਹਿ ਗਈਆਂ। ਸੋ ਜਦੋਂ ਆਪਾਂ ਨੈਕਸਟ ਈਅਰ ਜਾਂਦੇ ਹਾਂ ਤਾਂ ਨੈਕਸਟ ਈਅਰ ਮੇਰੀ ਇਨਵੈਂਟਰੀ 'ਚ 80 ਚੀਜ਼ਾਂ ਰਹਿ ਜਾਂਦੀਆਂ। ਤਾਂ ਜਿਹੜਾ ਦੇਖੋ ਆਹ 100 ਤੋਂ 80 ਹੋਇਆ, ਇਟ ਮੀਨਸ ਕਿੰਨਾ ਚੇਂਜ ਆਇਆ? 20 ਚੇਂਜ ਆਇਆ। ਸੋ ਆਹ ਚੇਂਜ ਇਨ ਇਨਵੈਂਟਰੀ ਦਾ ਮੀਨਿੰਗ ਆਹ 20 ਚੀਜ਼ਾਂ ਤੋਂ। ਅੱਗੇ ਆ ਗਿਆ ਜੀ ਗਵਰਨਮੈਂਟ ਐਕਸਪੈਂਡੀਚਰ। ਗਵਰਨਮੈਂਟ ਐਕਸਪੈਂਡੀਚਰ ਉਹ ਹੁੰਦਾ ਜੋ ਗੌਰਮੈਂਟ ਸੈਲਰੀਜ਼ ਤੇ ਕਰਦੀ ਹੈ, ਜੋ ਗੌਰਮੈਂਟ ਮਿਲਟਰੀ ਐਕਸਪੈਂਡੀਚਰ ਤੇ ਕਰਦੀ ਹੈ, ਜਾਂ ਹੋਰ ਵੀ ਅਦਰ ਟਾਈਪ ਦੇ ਐਕਸਪੈਂਡੀਚਰ ਜਿਹੜੇ ਕਿ ਗੌਰਮੈਂਟ ਦੁਆਰਾ ਕੀਤੇ ਜਾਂਦੇ ਆ। ਸੋ ਇਹ ਥਰਡ ਕੰਪੋਨੈਂਟ ਸੀਗਾ ਐਕਸਪੈਂਡੀਚਰ ਮੈਥਡ ਦੇ ਵਿੱਚ। ਦੇਖੋ ਇੱਕ ਗੱਲ ਦਾ ਧਿਆਨ ਰੱਖਣਾ, ਕੋਈ ਵੀ ਟਰਾਂਸਫਰ ਪੇਮੈਂਟ ਗਵਰਨਮੈਂਟ ਐਕਸਪੈਂਡੀਚਰ ਦੇ ਵਿੱਚ ਇਨਕਲੂਡ ਨਹੀਂ ਹੁੰਦੀ। ਤੇ ਟਰਾਂਸਫਰ ਪੇਮੈਂਟ ਕਿਹੜੀ ਹੁੰਦੀ ਹੈ? ਟਰਾਂਸਫਰ ਪੇਮੈਂਟ ਉਹ ਹੁੰਦੀ ਹੈ ਜਿਹੜੀ ਵਨ ਸਾਈਡਡ ਹੁੰਦੀ ਹੈ। ਵਨ ਸਾਈਡਡ ਦਾ ਮੀਨਿੰਗ ਕੀ ਆ ਕਿ ਇਸ ਦੇ ਲਈ ਸਾਨੂੰ ਗੌਰਮੈਂਟ ਨੂੰ ਕੁਝ ਦੇਣਾ ਨਹੀਂ ਪੈਂਦਾ ਹੈਗਾ, ਗੌਰਮੈਂਟ ਨੂੰ ਕੋਈ ਸਰਵਿਸਿਜ਼ ਨਹੀਂ ਦੇਣੀਆਂ ਪੈਂਦੀਆਂ ਹੈਗੀਆਂ, ਇਹ ਗੌਰਮੈਂਟ ਵੱਲੋਂ ਸਾਨੂੰ ਦਿੱਤੀਆਂ ਜਾਂਦੀਆਂ। ਜੇਕਰ ਅਸੀਂ ਗੌਰਮੈਂਟ ਨੂੰ ਕੋਈ ਸਰਵਿਸ ਪ੍ਰੋਵਾਈਡ ਕਰੀਏ ਫਿਰ ਗੌਰਮੈਂਟ ਸਾਨੂੰ ਪੈਸੇ ਦੇਵੇ, ਦੈਟ ਵਿਲ ਬੀ ਕਾਲਡ ਡਿਊਲ ਸਾਈਡਡ ਜਾਂ ਡਬਲ ਸਾਈਡਡ। ਲੇਕਿਨ ਇਹ ਵਨ ਸਾਈਡਡ ਹੁੰਦੀ ਹੈ। ਜਿਵੇਂ ਕਿ ਸਰਕਾਰ ਵੱਲੋਂ ਬੁਢਾਪਾ ਪੈਨਸ਼ਨ ਦਿੱਤੀ ਜਾਂਦੀ ਹੈ, ਸਰਕਾਰ ਵੱਲੋਂ ਸਕੋਲਰਸ਼ਿਪਸ ਆਉਂਦੀਆਂ, ਸਰਕਾਰ ਵੱਲੋਂ ਅਨਐਮਪਲੋਇਮੈਂਟ ਅਲਾਊਂਸ ਹੁੰਦੇ ਆ। ਸੋ ਥੀਜ਼ ਆਰ ਟਰਾਂਸਫਰ ਪੇਮੈਂਟਸ। ਇੱਕ ਬਹੁਤ ਹੀ ਇੰਪੋਰਟੈਂਟ ਪੁਆਇੰਟ, ਸੇਵਿੰਗਸ ਆਰ ਨਾਟ ਪਾਰਟ ਆਫ GDP। ਕਿਉਂ ਨਹੀਂ GDP ਦਾ ਪਾਰਟ ਹੁੰਦਾ? ਮੇਰੇ ਕੋਲ 100 ਰੁਪਏ ਸੀ, ਮੈਂ 50 ਰੁਪਏ ਖਰਚ ਕੀਤੇ, 50 ਰੁਪਏ ਬੈਂਕ ਜਮ੍ਹਾਂ ਕਰਾਤੇ। ਬੈਂਕ ਨੇ ਕੀ ਕੀਤਾ, ਆ ਜੋ 50 ਰੁਪਏ ਆ ਉਹ 'ਚ 25 ਕਿਸੇ ਇੱਕ ਪਰਸਨ ਨੂੰ ਲੋਨ ਤੇ ਦੇਤੇ, 25 ਕਿਸੇ ਇੱਕ ਪਰਸਨ ਲੋਨ ਤੇ ਦੇਤੇ। ਤਾਂ ਸੋ ਜੋ ਉਹ ਲੋਨ ਦਾ ਅਮਾਊਂਟ ਆ ਉਹ ਦੁਬਾਰਾ ਫੇਰ ਕੀ ਹੋ ਗਿਆ, ਉਹ ਇਕੋਨਮੀ ਦੇ ਵਿੱਚ ਆ ਗਿਆ, ਤਾਂ ਉਹ ਬੈਂਕ ਦੀਆਂ ਕੀ ਹੋ ਗਈਆਂ, ਐਸੈਟਸ ਜਨਰੇਟ ਹੋ ਗਈਆਂ। ਸੋ ਇਸੇ ਕਰਕੇ ਡਬਲ ਕਾਊਂਟਿੰਗ ਨੂੰ ਰੋਕਣ ਵਾਸਤੇ ਜੋ ਸੇਵਿੰਗਸ ਹੁੰਦੀ ਆ ਉਹ GDP ਦਾ ਪਾਰਟ ਨਹੀਂ ਹੁੰਦੀ। ਠੀਕ ਹੈ, ਇੱਕ ਗੱਲ ਹੋਰ ਧਿਆਨ ਦਿਓ, ਸੇਵਿੰਗਸ 2 ਟਾਈਪ ਦੀ ਹੁੰਦੀਆਂ, ਫਿਜ਼ੀਕਲ ਸੇਵਿੰਗਸ ਐਂਡ ਫਾਈਨੈਂਸ਼ੀਅਲ ਸੇਵਿੰਗਸ। ਫਿਜ਼ੀਕਲ ਸੇਵਿੰਗ ਦਾ ਮੀਨਿੰਗ ਕੀ ਹੈ? ਜੇਕਰ ਮੇਰੇ ਕੋਲ 1 ਕਰੋੜ ਰੁਪਈਆ ਹੈਗਾ, 1 ਕਰੋੜ ਦੇ ਵਿੱਚ ਮੈਂ ਕੀ ਕੀਤਾ, 50 ਲੱਖ ਦੀ ਮੈਂ ਜ਼ਮੀਨ ਖਰੀਦ ਲਈ ਤੇ 50 ਲੱਖ ਦਾ ਕੀ ਕੀਤਾ, ਮੈਂ ਸੋਨਾ ਖਰੀਦ ਲਿਆ। ਦੈਟ ਵਿਲ ਬੀ ਫਿਜ਼ੀਕਲ ਸੇਵਿੰਗ। ਫਾਈਨੈਂਸ਼ੀਅਲ ਸੇਵਿੰਗ ਉਹ ਹੁੰਦੀਆਂ ਜਿਹੜੀਆਂ ਆਪਾਂ ਪੈਸਿਆਂ ਦੇ ਰੂਪ ਵਿੱਚ ਬੈਂਕ 'ਚ ਰੱਖਦੇ ਹਾਂ। ਨੈਕਸਟ ਹੈਗੀ ਹੈ ਜੀ ਗ੍ਰੋਸ ਵੈਲਿਊ ਐਡਡ। ਦੇਖੋ ਇਸ ਕਨਸੈਪਟ ਨੂੰ ਵੀ ਧਿਆਨ ਨਾਲ ਸਮਝਣ ਦੀ ਜ਼ਰੂਰਤ ਆ। ਸਪੋਜ਼ ਕਰੋ ਮੈਂ 50 kg ਕਣਕ ਦੀ ਪ੍ਰੋਡਕਸ਼ਨ ਕੀਤੀ, ਠੀਕ ਹੈ, 50 kg ਕਣਕ ਦੀ ਪ੍ਰੋਡਕਸ਼ਨ ਕਰਕੇ ਮੈਂ ਅੱਗੇ ਸੇਲ ਕਰ ਦਿੱਤੀ ਇਹ, ਐਂਡ ਜਿਸ ਪਰਸਨ ਨੂੰ ਸੇਲ ਕੀਤੀ ਆ ਉਸ ਨੇ ਇਹ ਤੋਂ ਕੀ ਬਣਾਇਆ,
उसने तो आटा प्रोड्यूस किया। एंड इट मीनस की देखो इन्हें कुछ ना कुछ वैल्यू एड की है ना ये, ਤੁਹਾਨੂੰ पता कि जे कणक का रेट घट होंदा, लेकिन जेकर आप बाजार से आटा लैन जाइए तो वह जो प्राइज़ आ वो सानू कणक के प्राइज़ नूं किते वध मिलदा, बिकॉज ये वैल्यू एड हो जाती है। जी वो वैल्यू किहड़ी हुंदी है, जो उस परसन ने मेहनत करके क्रशिंग की हुंदी है, ਉਹਦੀ क्रशिंग करके आटा तैयार किया हुंदा, ਉਹਦੀ वैल्यू हुंदी है। इस तो बाद की हुंदा, ਇਹਦੇ 'ਚ होर वैल्यू एड हुंदी है, जो चंगी चंगी तरह के ਜਿਹੜੇ बैग हुंदे आ उन्हां 'ਚ इन्हां नूं पैक किया जाता, तो इट मीनस एक वैल्यू होर एड हो जाती है। ठीक है, उस तो बाद की हुंदा, जेकर कोई कंपनी ਇਹਦੇ ਉੱਪਰ होर एक्स्ट्रा वर्क करना चाहुंदी है तो होर एक्स्ट्रा वर्क भी कर दिंदी है, तो होर वैल्यू एड कर दिंदी है। सो इट मीनस देखो कितनी स्टेजां हो गई, एक स्टेज इत्थे हुई, उस तो बाद इस नूं सैकेंड स्टेज दे विच की कीता गया, पैक किया गया। सैकेंड स्टेज तो बाद फिर की कीता गया, ਇਹਦੇ ਉੱਪਰ होर गार्निशिंग की गई। थर्ड स्टेज देखो तीन, इस स्टेज दे विच भी ਇਹਦੇ 'ਚ वैल्यू एड की गई, इस स्टेज 'ਚ वैल्यू एड की गई, इस स्टेज 'ਚ वैल्यू एड की गई। ग्रॉस वैल्यू एडिड का मीनिंग हुंदा कि हरेक स्टेज के उपर किन्नी किन्नी वैल्यू जिहड़ी हैगी आ वो एड हो रही है। ठीक है, जे इहनूं सिंपल शब्दां दे विच मैं कहां, देखो it is total value of goods and services in country after deducting cost of inputs and raw materials। जिन्ना भी किसी चीज़ ਨੂੰ ਤਿਆਰ ਕਰਨ ਦੇ ਲਈ ਰॉ ਮਟੀਰੀਅਲ ਤਿਆਰ ਹੋਇਆ, ਜਿੰਨਾ ਵੀ ਕਿਸੇ ਚੀਜ਼ ਨੂੰ ਤਿਆਰ ਕਰਨ ਦੇ ਲਈ ਕੁਝ ਵੀ ਹੋਰ ਮਿਹਨਤ ਕੀਤੀ ਗਈ ਹੈ, ਉਹ ਸਾਰਾ ਘਟਾਉਣ ਤੋਂ ਬਾਅਦ ਜਿੰਨੀ ਵੀ ਆਊਟਕਮ ਆਪਣੇ ਕੋਲੇ ਰਹਿੰਦੀ ਆ, that will be called gross value added। ਸੋ ਇਹ ਫਾਰਮੂਲੇ ਜਿਹੜੇ ਹੈਗੇ ਉਹ ਤੁਸੀਂ ਧਿਆਨ ਨਾਲ ਕਰ ਲੈਣੇ। gross value added is better measure of economic activity। why? because change in GDP ਇਨਫਲੇਸ਼ਨ ਦੇ ਕਰਕੇ ਵੀ ਹੋ ਸਕਦਾ, ਲੇਕਿਨ ਇੱਥੇ ਜਿਹੜਾ ਵੀ ਚੇਂਜ ਆਊਗਾ ਉਹ ਪਰਸਨ ਦੀ ਮਿਹਨਤ ਕਰਕੇ ਆਉਂਦਾ। ਇੱਕ ਹੋਰ ਤੁਸੀਂ ਇੱਕ ਡੇਟਾ ਧਿਆਨ ਦੇ ਵਿੱਚ ਰੱਖਣਾ, ਇੰਡੀਅਨ GDP ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਕੰਟਰੀਬਿਊਸ਼ਨ ਆ ਉਹ ਸਰਵਿਸ ਸੈਕਟਰ ਦੀ ਹੈ, ਨੀਅਰਲੀ 55% ਦੇ ਅਰਾਊਂਡ। ਜਦੋਂ ਆਪਾਂ ਮੈਨੂਫੈਕਚਰਿੰਗ ਸੈਕਟਰ ਦੀ ਗੱਲ ਕਰਦੇ ਹਾਂ 25 to 26% ਜਿਹੜੀ ਹੈਗੀ ਆ ਇਹ ਕੰਟਰੀਬਿਊਸ਼ਨ ਮੈਨੂਫੈਕਚਰਿੰਗ ਦੀ ਹੈ। ਐਂਡ ਪ੍ਰਾਇਮਰੀ ਸੈਕਟਰ ਜਿਹਦੇ ਵਿੱਚ ਐਗਰੀਕਲਚਰ ਵਗੈਰਾ ਸ਼ਾਮਲ ਆ, ਉਹਦੀ ਜਿਹੜੀ ਕੰਟਰੀਬਿਊਸ਼ਨ ਆ ਇਟਸ ਡਿਵਿੰਡਲਿੰਗ ਡੇ ਬਾਈ ਡੇ। ਸੋ ਇਹ ਨੀਅਰਲੀ 20% ਦੇ ਅਰਾਊਂਡ। ਗਰੋਸ ਤੇ ਨੈਟ ਦੇ ਕਨਸੈਪਟ ਨੂੰ ਪਹਿਲੇ ਸਮਝ ਲਿਆ ਸੀ। ਨੈਕਸਟ ਆਉਂਦਾ ਜੀ ਗਰੋਸ ਨੈਸ਼ਨਲ ਪ੍ਰੋਡਕਟ, ਦਿਸ ਇਜ਼ ਆਲਸੋ ਇੰਪੋਰਟੈਂਟ। GDP ਦੇ ਕਨਸੈਪਟ ਨੂੰ ਆਪਾਂ ਸਮਝ ਹੀ ਲਿਆ। GDP ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਐਨੀ ਰੈਜ਼ੀਡੈਂਟ ਦੀ ਜਿਹੜੀ ਵੀ ਹੈ ਫਾਈਨਲ ਸਰਵਿਸ ਐਂਡ ਗੁੱਡਸ ਦੀ ਪ੍ਰੋਡਕਸ਼ਨ ਆ ਉਹਦੀ ਮੋਨੇਟਰੀ ਵੈਲਿਊ ਸ਼ਾਮਲ ਹੁੰਦੀ ਹੈ, ਲੇਕਿਨ ਜਿਹੜੀ ਗਰੋਸ ਨੈਸ਼ਨਲੀ ਜਦੋਂ ਆਪਾਂ ਗੱਲ ਕਰਦੇ ਹਾਂ, ਸੋ ਇਟ ਮੀਨਸ ਇਟ ਇਜ਼ ਕੰਸਰਨਡ ਵਿਦ ਓਨਲੀ ਇੰਡੀਅਨਸ, ਓਨਲੀ ਪਰਸਨ ਦੈਟ ਇਜ਼ ਇੰਡੀਅਨਸ। ਕੇਵਲ ਇੰਡੀਅਨਸ ਦੇ ਦੁਆਰਾ ਜੋ ਪ੍ਰੋਡਕਸ਼ਨ ਕੀਤੀ ਗਈ ਉਹ ਸ਼ਾਮਲ ਹੋਊਗੀ। ਦੇਖੋ ਇੱਕ ਕਨਸੈਪਟ ਨੂੰ ਸਮਝਣ ਦੀ ਜ਼ਰੂਰਤ ਆ, ਆਪਣੇ ਬਹੁਤ ਲੋਕ ਇੰਡੀਆ ਤੋਂ ਕੈਨੇਡਾ ਜਾਂਦੇ ਆ ਕੰਮ ਕਰਨ ਵਾਸਤੇ, ਰਾਈਟ। ਸੋ ਬਹੁਤੇ ਇਸ ਤਰ੍ਹਾਂ ਦੇ ਵੀ ਹੋਣਗੇ। ਦੇਖੋ ਇਹ ਮੈਂ ਜਿਹੜੀ ਐਗਜ਼ਾਮਪਲ ਆ ਉਹ ਸਿਰਫ ਇੱਕ ਇਮੈਜਨਰੀ ਰਹਿ ਰਿਹਾ, ਬਿਕੋਜ਼ ਮੈਨੂੰ ਨਹੀਂ ਲੱਗਦਾ ਹੈ ਕਿ ਕੈਨੇਡਾ ਤੋਂ ਇੰਡੀਆ ਵੀ ਕੋਈ ਕੰਮ ਕਰਨ ਆਉਂਦਾ ਹੋਊਗਾ। ਸੋ ਇੰਡੀਆ ਤੋਂ ਕੈਨੇਡਾ ਬਹੁਤ ਲੋਕ ਕੰਮ ਕਰਨ ਜਾਂਦੇ ਆ, ਆਪਾਂ ਨੂੰ ਪਤਾ। ਐਂਡ ਕੈਨੇਡਾ ਤੋਂ ਸਪੋਜ਼ ਕਰੋ ਬਹੁਤ ਲੋਕ ਇੰਡੀਆ 'ਚ ਕੰਮ ਕਰਨ ਆ ਰਹੇ ਆ। ਸਪੋਜ਼ ਕਰੋ ਇੰਡੀਆ ਤੋਂ ਜੋ ਪਰਸਨ ਕੈਨੇਡਾ ਗਿਆ ਉਹਨੇ ਉੱਥੇ ਜਾ ਕੇ 100 ਰੁਪਏ ਦਾ ਕੰਮ ਕੀਤਾ। ਠੀਕ ਹੈ, ਜੋ ਪਰਸਨ ਕੈਨੇਡਾ ਤੋਂ ਇੰਡੀਆ ਆਇਆ ਉਹਨੇ ਇੰਡੀਅਨ ਵੈਲਿਊ 'ਚ 80 ਰੁਪਏ ਦਾ ਕੰਮ ਕੀਤਾ। ਸੋ ਇਹਨਾਂ ਦੋਨਾਂ ਦੀ ਜੋ ਪ੍ਰੋਡਕਟ ਹੋਊਗੀ, ਸੌਰੀ ਜੋ ਇਹਨਾਂ ਦੋਨਾਂ ਦੀ ਮਾਈਨਸ ਕਰਕੇ ਆਊਟਕਮ ਆਊਗਾ ਉਹ ਕਿੰਨਾ ਹੋਊਗਾ 20। ਜਦੋਂ ਆਪਾਂ ਇਸ ਆਊਟਕਮ ਨੂੰ GDP ਦੇ ਵਿੱਚ ਐਡ ਕਰ ਦਾਂਗੇ ਤਾਂ ਜੋ ਫਾਈਨਲ ਆਊਟਕਮ ਹੋਊਗਾ ਦੈਟ ਵਿਲ ਬੀ ਕਾਲਡ ਗਰੋਸ ਨੈਸ਼ਨਲ ਪ੍ਰੋਡਕਟ। ਇਹ ਸੀਰੀਅਸ ਸਾਰਿਆਂ ਨੇ ਧਿਆਨ ਰੱਖਣਾ। ਜਦੋਂ ਆਪਾਂ ਨੈਟ ਨੈਸ਼ਨਲ ਪ੍ਰੋਡਕਟ ਦੀ ਗੱਲ ਕਰਦੇ ਹਾਂ ਤਾਂ ਉਹ ਕਿਵੇਂ ਹੋਊਗੀ, ਗਰੋਸ ਨੈਸ਼ਨਲ ਪ੍ਰੋਡਕਟ ਦੇ ਵਿੱਚ ਡੈਪਰੀਸੀਏਸ਼ਨ ਨੂੰ ਮਾਈਨਸ ਕਰ ਦਿਓ, ਦੈਟ ਵਿਲ ਬੀ ਆਵਰ ਨੈਟ ਨੈਸ਼ਨਲ ਪ੍ਰੋਡਕਟ। ਜਦੋਂ ਆਪਾਂ ਨੈਟ ਡੋਮੈਸਟਿਕ ਪ੍ਰੋਡਕਟ ਨੂੰ ਫਾਈਂਡ ਕਰਨਾ ਤਾਂ ਉਹਦੇ ਲਈ ਕੀ ਕਰਨਾ, ਗਰੋਸ ਦੇ ਵਿੱਚੋਂ ਆਪਾਂ ਡੈਪਰੀਸੀਏਸ਼ਨ ਨੂੰ ਮਾਈਨਸ ਕਰ ਦੇਣਾ। ਹੁਣ ਦੇਖੋ ਇਹ ਨੈਸ਼ਨਲ ਇਨਕਮ ਕੀ ਹੁੰਦੀ ਹੈ, ਨੈਟ ਨੈਸ਼ਨਲ ਪ੍ਰੋਡਕਟ ਐਟ ਫੈਕਟਰ ਕਾਸਟ, ਇਹਨੂੰ ਆਪਾਂ ਕੀ ਕਹਾਂਗੇ, ਨੈਸ਼ਨਲ ਇਨਕਮ ਕਹਾਂਗੇ। ਅੱਗੇ ਹੈਗਾ ਜੀ ਪ੍ਰਾਈਵੇਟ ਇਨਕਮ। ਦੇਖੋ ਇੱਕ ਹੁੰਦਾ ਪ੍ਰਾਈਵੇਟ ਇਨਕਮ, ਇੱਕ ਹੁੰਦਾ ਪ੍ਰਾਈਵੇਟ ਸੈਕਟਰ ਇਨਕਮ। ਦੇਖੋ ਇਹਦੇ ਵਿੱਚ ਕੀ ਹੁੰਦਾ, ਜਦੋਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਾਂਗੇ ਆਪਾਂ ਤਾਂ ਪ੍ਰਾਈਵੇਟ ਸੈਕਟਰ ਦਾ ਮੀਨਿੰਗ ਆ ਉਹ ਇਨਕਮ ਜਿਹੜੀ ਕਿ ਸਿਰਫ ਇੰਡੀਅਨ ਟੈਰੀਟਰੀ ਦੇ ਵਿੱਚ ਕਮਾਈ ਗਈ ਹੈ।
ਲੇਕਿਨ ਜਦੋਂ ਆਪਾਂ ਕੱਲੀ ਪ੍ਰਾਈਵੇਟ ਇਨਕਮ ਦੀ ਗੱਲ ਕਰਾਂਗੇ ਤਾਂ ਉਹਦਾ ਮੀਨਿੰਗ ਕੀ ਹੈ, ਇਨ ਦਾ ਕੰਟਰੀ ਔਰ ਆਊਟ ਆਫ ਦਾ ਕੰਟਰੀ ਜੋ ਵੀ ਇਨਕਮ ਜਨਰੇਟ ਕੀਤੀ ਗਈ ਹੈ ਦੈਟ ਵਿਲ ਬੀ ਪ੍ਰਾਈਵੇਟ ਇਨਕਮ। ਤੇ ਉਹ ਕੀ ਹੋਊਗੀ, ਟੋਟਲ ਆਫ ਫੈਕਟਰ ਇਨਕਮ ਐਂਡ ਟ੍ਰਾਂਸਫਰ ਪੇਮੈਂਟਸ ਟੂ ਪ੍ਰਾਈਵੇਟ ਸੈਕਟਰ। ਇਹਦਾ ਮੀਨਿੰਗ ਕੀ ਹੈ, ਪ੍ਰਾਈਵੇਟ ਇਨਕਮ ਉਹ ਇਨਕਮ ਹੁੰਦੀ ਹੈ ਜੋ ਪ੍ਰਾਈਵੇਟ ਸੈਕਟਰ ਨੂੰ ਫੈਕਟਰਸ ਇਨਕਮ ਤੋਂ ਪ੍ਰਾਪਤ ਹੁੰਦੀ ਹੈ, ਐਂਡ ਜੋ ਟ੍ਰਾਂਸਫਰ ਪੇਮੈਂਟਸ ਜਿਹੜੀਆਂ ਹੈਗੀਆਂ ਪ੍ਰਾਈਵੇਟ ਸੈਕਟਰ ਨੂੰ ਹੁੰਦੀਆਂ। ਟ੍ਰਾਂਸਫਰ ਪੇਮੈਂਟਸ ਕੀ ਹੈ ਉਹ ਮੈਂ ਤੁਹਾਨੂੰ ਪਹਿਲਾਂ ਹੀ ਡਿਸਕ੍ਰਾਈਬ ਕਰ ਚੁੱਕਿਆ। ਦੇਖੋ ਕਿਹਦੇ ਇਕੁਅਲ ਹੁੰਦਾ, ਫੈਕਟਰ ਇਨਕਮ ਫਰੋਮ ਨੈਟ ਡੋਮੈਸਟਿਕ ਪ੍ਰੋਡਕਟ accruing to private sector। ਦੇਖੋ ਨੈਟ ਡੋਮੈਸਟਿਕ ਪ੍ਰੋਡਕਟ ਦੇ ਵਿੱਚੋਂ ਜੋ ਫੈਕਟਰ ਇਨਕਮ ਪ੍ਰਾਈਵੇਟ ਸੈਕਟਰ ਨੂੰ ਹੋ ਰਹੀ ਹੈ। ਨੈਸ਼ਨਲ ਡੈਟ ਇੰਟਰਸਟ, ਦੇਖੋ ਇਸ ਕਨਸੈਪਟ ਨੂੰ ਸਮਝੋ। ਦੇਖੋ ਸਰਕਾਰ ਨੂੰ ਆਪਦੇ ਕੰਮਾਂ ਦੇ ਲਈ ਬਹੁਤ ਪੈਸੇ ਦੀ ਲੋੜ ਹੁੰਦੀ ਹੈ, ਸੋ ਸਰਕਾਰ ਕੀ ਕਰਦੀ ਹੈ, ਮਾਰਕੀਟ ਦੇ ਵਿੱਚ ਜਾਂਦੀ ਹੈ। ਸੋ ਸਪੋਜ਼ ਕਰੋ ਸਰਕਾਰ ਵੱਲੋਂ ਜੋ ਮਾਰਕੀਟ ਦੇ ਵਿੱਚ ਆਪਦੇ ਡੈਟ ਇੰਸਟਰੂਮੈਂਟ ਇਸ਼ੂ ਕੀਤੇ ਗਏ ਆ, ਐਂਡ ਮੈਂ ਇੱਕ ਪ੍ਰਾਈਵੇਟ ਪਰਸਨ ਦੇ ਵਜੋਂ ਸਰਕਾਰ ਤੋਂ 100 ਰੁਪਏ ਦਾ ਜਿਹੜਾ ਇੱਕ ਡੈਟ ਇੰਸਟਰੂਮੈਂਟ ਆ ਉਹ ਬਾਏ ਕੀਤਾ। ਸੋ ਸਰਕਾਰ ਮੈਨੂੰ ਉਹਦਾ ਜਿਹੜਾ ਹੈਗਾ 105 ਰੁਪਏ ਪੇ ਕਰਦੀ ਹੈ। ਦੇਖੋ ਮੈਂ 100 ਰੁਪਏ ਦਾ ਖਰੀਦਿਆ ਸੀ, ਲੇਕਿਨ 105 ਰੁਪਏ ਦਾ ਮੈਨੂੰ ਸਰਕਾਰ ਵੱਲੋਂ ਜਿਹੜਾ ਹੈਗਾ ਸੀ ਉਹ ਆਮਦਨ ਪ੍ਰਾਪਤ ਹੋਈ। ਇਟ ਮੀਨਸ ਮੈਨੂੰ ਐਕਸਟਰਾ ਕਿੰਨੇ ਪ੍ਰਾਪਤ ਹੋਏ, 5 ਰੁਪਏ। ਇਹ ਇਕੱਲੇ ਇੱਕ ਮੈਨੂੰ ਇੰਡੀਵਿਜੂਅਲ ਨੂੰ ਪ੍ਰਾਪਤ ਹੋਇਆ। ਸਰਕਾਰ ਦਾ ਜਿਹੜਾ ਡੈਟ ਹੁੰਦਾ ਉਹ ਲੱਖਾਂ ਕਰੋੜਾਂ ਦੇ ਵਿੱਚ ਹੁੰਦਾ। ਸੋ ਲੱਖਾਂ ਕਰੋੜਾਂ ਦੇ ਵਿੱਚ ਸਰਕਾਰ ਨੂੰ ਜੋ ਕਰਜ਼ਾ ਲਿਆ ਹੁੰਦਾ ਉਹਦੇ ਉੱਪਰ ਇੰਟਰਸਟ ਪੇ ਕਰਨਾ ਹੁੰਦਾ। ਸੋ ਉਹ ਇੰਟਰਸਟ ਜਿਹੜਾ ਹੁੰਦਾ ਉਹ ਕਿਹਨੂੰ ਜਾਂਦਾ, ਪ੍ਰਾਈਵੇਟ ਸੈਕਟਰ ਨੂੰ ਜਾਂਦਾ, ਪ੍ਰਾਈਵੇਟ ਇਨਕਮ ਦਾ ਪਾਰਟ ਹੁੰਦਾ। ਨੈਟ ਫੈਕਟਰ ਇਨਕਮ ਫਰੋਮ ਅਬਰੋਡ, ਇਸ ਬਾਰੇ ਵੀ ਤੁਹਾਨੂੰ ਪੂਰੀ ਕਲੈਰਿਟੀ ਹੋ ਗਈ ਹੋਣੀ ਹੈ। ਟ੍ਰਾਂਸਫਰ ਫਰੋਮ ਗਵਰਨਮੈਂਟ, ਦੇਖੋ ਟ੍ਰਾਂਸਫਰ ਫਰੋਮ ਗਵਰਨਮੈਂਟ ਦਾ ਮੀਨਿੰਗ ਕੀ ਹੋਇਆ, ਗਵਰਨਮੈਂਟ ਵੱਲੋਂ ਜੋ ਅਨਐਮਪਲੋਇਮੈਂਟ ਅਲਾਊਂਸ ਦਿੱਤੇ ਜਾਂਦੇ ਆ ਜਾਂ ਗਵਰਨਮੈਂਟ ਦੇ ਵੱਲੋਂ ਕੋਈ ਵੀ ਅਦਰ ਟਾਈਪ ਦੇ ਅਲਾਊਂਸ ਲੋਕਾਂ ਨੂੰ ਦਿੱਤੇ ਜਾਂਦੇ ਆ। ਐਂਡ ਅਦਰ ਟ੍ਰਾਂਸਫਰਸ ਫਰੋਮ ਵਰਲਡ। ਨੈਕਸਟ ਆ ਜਾਂਦਾ ਜੀ ਪਰਸਨਲ ਇਨਕਮ। ਦੇਖੋ ਪਰਸਨਲ ਇਨਕਮ ਕੀ ਹੁੰਦੀ ਹੈ, ਆਹ ਤਾਂ ਹੋਗੀ ਦੇਖੋ ਪ੍ਰਾਈਵੇਟ ਇਨਕਮ, ਜੋ ਸਾਰੇ ਪ੍ਰਾਈਵੇਟ ਜਿਹੜੇ ਪਰਸੋਨਲ ਆ ਉਹਨਾਂ ਨੂੰ ਮਿਲਦੀ ਹੈ। ਪਰਸਨਲ ਇਨਕਮ ਦਾ ਮੀਨਿੰਗ ਹੈ ਜੋ ਇੱਕ ਇੰਡੀਵਿਜੂਅਲ ਨੂੰ ਮਿਲੂਗੀ। ਇਹ ਕਿਹਦੇ ਇਕੁਅਲ ਹੋਊਗਾ, ਪ੍ਰਾਈਵੇਟ ਇਨਕਮ ਦੇ ਵਿੱਚ ਦੇਖੋ ਕਾਰਪੋਰੇਟ ਟੈਕਸ ਮਾਈਨਸ ਕਰਦੇ ਨੇ ਆਪਾਂ, ਐਂਡ ਕਾਰਪੋਰੇਟਸ ਦੀਆਂ ਸੇਵਿੰਗਸ ਮਾਈਨਸ ਕਰਦੇ ਨੇ। ਸੋ ਸਪੋਜ਼ ਕਰੋ ਇੱਕ ਕਾਰਪੋਰੇਟ ਨੂੰ 100 ਰੁਪਏ ਇਨਕਮ ਹੁੰਦੀ ਹੈ। ਸੋ 100 ਰੁਪਏ ਦੇ ਵਿੱਚ ਦੇਖੋ ਕਰ ਕਰਾ ਕੇ ਉਹ 40 ਰੁਪਏ ਸਪੋਜ਼ ਕਰੋ ਸੇਵ ਕਰਦਾ, ਐਂਡ 20 ਰੁਪਏ ਜਿਹੜੇ ਹੈਗੇ ਆ ਉਹਨੂੰ ਟੈਕਸ ਪੇ ਕਰਨਾ ਪੈਂਦਾ। ਠੀਕ ਹੈ, ਸੋ ਜਦੋਂ ਆਪਾਂ ਇਹ 40 ਵੀ ਮਾਈਨਸ ਕਰ ਦਾਂਗੇ, ਸੋ ਜਿਹੜੀ ਸੇਵਿੰਗ ਆ ਉਹ ਵੀ ਮਾਈਨਸ ਕਰ ਦਾਂਗੇ। ਸੋ ਜਿੰਨੀ ਵੀ ਪ੍ਰਾਈਵੇਟ ਇਨਕਮ ਦੇ ਵਿੱਚ ਜਦੋਂ ਇਹ ਸਾਰਾ ਮਾਈਨਸ ਹੋ ਜਾਊਗਾ ਤਾਂ ਫਾਈਨਲ ਆਊਟਕਮ ਹੋਊਗਾ ਉਹ ਕੀ ਹੋਊਗਾ, ਪਰਸਨਲ ਇਨਕਮ। ਜੇਕਰ ਆਪਾਂ ਇਹਨੂੰ ਇੱਕ ਅਦਰ ਵਰਡਸ ਦੇ ਵਿੱਚ ਦੇਖੀਏ ਤਾਂ ਪਰਸਨਲ ਇਨਕਮ ਕਿਹਦੇ ਇਕੁਅਲ ਹੋਊਗੀ, ਨੈਸ਼ਨਲ ਇਨਕਮ ਮਾਈਨਸ ਅਨਡਿਸਟ੍ਰੀਬਿਊਟਿਡ ਪ੍ਰੋਫਿਟਸ। ਦੇਖੋ ਅਨਡਿਸਟ੍ਰੀਬਿਊਟਿਡ ਪ੍ਰੋਫਿਟਸ ਕੀ ਹੁੰਦੇ ਆ, ਦੇਖੋ ਸਪੋਜ਼ ਕਰੋ ਜੇਕਰ ਕਿਸੇ ਕਾਰਪੋਰੇਟ ਨੂੰ 100 ਰੁਪਏ ਪ੍ਰੋਫਿਟ ਹੋ ਰਿਹਾ ਤਾਂ ਇਟ ਮੀਨਸ ਇਹ ਨਹੀਂ ਹੈਗਾ ਕਿ ਉਹ 100 ਦਾ 100 ਪ੍ਰੋਫਿਟ ਜਿਹੜਾ ਹੈਗਾ ਉਹ ਆਪਣੇ ਸ਼ੇਅਰ ਹੋਲਡਰਸ ਨੂੰ ਹੀ ਸ਼ੇਅਰ ਕਰ ਦੂਗਾ। ਉਹ ਇਸ ਦੇ ਵਿੱਚੋਂ 70 ਸਪੋਜ਼ ਕਰੋ ਆਪਦੇ ਸ਼ੇਅਰ ਹੋਲਡਰਸ ਨੂੰ ਸ਼ੇਅਰ ਕਰ ਦਿੰਦਾ, ਐਂਡ 30 ਉਹ ਆਪਣੇ ਕੋਲੇ ਰੱਖ ਲੈਂਦਾ। ਸੋ ਦੈਟ ਵਿਲ ਬੀ ਦਾ ਪਾਰਟ ਆਫ ਅਨਡਿਸਟ੍ਰੀਬਿਊਟਿਡ ਪ੍ਰੋਫਿਟਸ। ਇਸ ਤੋਂ ਇਲਾਵਾ ਦੇਖੋ ਕਾਰਪੋਰੇਟ ਟੈਕਸ ਵੀ ਇਹਦੇ ਚੋਂ ਮਾਈਨਸ ਹੋ ਜਾਊਗਾ। ਨੈਟ ਇੰਟਰਸਟ ਪੇਮੈਂਟਸ ਮੇਡ ਬਾਈ ਹਾਊਸ ਹੋਲਡ, ਜੋ ਵੀ ਹਾਊਸ ਹੋਲਡ ਜਿੰਨੇ ਵੀ ਪਰਿਵਾਰ ਹੈਗੇ ਆ ਉਹ ਜੋ ਵੀ ਇੰਟਰਸਟ ਪੇਮੈਂਟਸ ਜਿਹੜੀਆਂ ਹੈਗੀਆਂ ਗੀਆਂ ਉਹ ਪੇ ਕਰਦੇ ਆ। ਦੇਖੋ ਇੱਥੇ ਨੈਟ ਵਰਡ ਯੂਜ਼ ਕੀਤਾ ਗਿਆ। ਨੈਟ ਵਰਡ ਦਾ ਮੀਨਿੰਗ ਕੀ ਹੈ, ਜਿਵੇਂ ਸਪੋਜ਼ ਕਰੋ ਮੈਂ ਇੱਕ ਪਰਸਨ ਆ, ਮੈਂ ਦੇਖੋ ਮੈਂ ਕਿਸੇ ਪਰਸਨ ਨੂੰ ਵਿਆਜ ਤੇ ਪੈਸੇ ਦਿੱਤੇ ਵੀ ਹੋਏ ਆ, ਐਂਡ ਮੈਂ ਕਿਸੇ ਪਰਸਨ ਤੋਂ ਵਿਆਜ ਤੇ ਪੈਸੇ ਲਏ ਵੀ ਹੋਏ ਆ। ਸੋ ਜਿੰਨਾ ਵਿਆਜ ਦੇਖੋ ਮੈਨੂੰ ਆ ਰਿਹਾ, ਜਿਵੇਂ ਸਪੋਜ਼ ਕਰੋ ਮੈਨੂੰ 50 ਰੁਪਏ ਵਿਆਜ ਦੇ ਬਣ ਰਹੇ ਆ, ਲੇਕਿਨ ਮੈਂ 30 ਰੁਪਏ ਪੇ ਕਰ ਵੀ ਰਿਹਾ ਕਿਉਂਕਿ ਮੈਂ ਵੀ ਕਿਸੇ ਤੋਂ ਲੋਨ ਲੈਤਾ ਹੋਇਆ। ਸੋ ਇਹਨਾਂ ਨੂੰ ਮਾਈਨਸ ਕਰਕੇ ਜੋ ਆਊਗਾ that will be our net amount। ਅੱਗੇ ਹੈਗਾ ਜੀ ਪਲੱਸ ਇਹ 'ਚ ਕੀਤਾ ਕੀ ਜਾਊਗਾ, ਦੇਖੋ ਆ ਸਾਰੀਆਂ ਮਾਈਨਸ ਸੀਗੀਆਂ, ਪਲੱਸ ਦੇ ਵਿੱਚ ਟ੍ਰਾਂਸਫਰ ਪੇਮੈਂਟ ਟੂ ਹਾਊਸ ਹੋਲਡਸ ਫਰੋਮ ਗਵਰਨਮੈਂਟ। ਗਵਰਨਮੈਂਟ ਵੱਲੋਂ ਜੋ ਵੀ ਹਾਊਸ ਹੋਲਡਸ ਨੂੰ ਟ੍ਰਾਂਸਫਰ ਪੇਮੈਂਟਸ ਹੁੰਦੀਆਂ ਤੇ ਟ੍ਰਾਂਸਫਰ ਪੇਮੈਂਟਸ ਬਾਰੇ ਤੁਹਾਨੂੰ ਬਖੂਬੀ ਪਤਾ ਲੱਗ ਗਿਆ। ਅੱਗੇ ਹੈਗਾ ਜੀ ਕਨਸੈਪਟ ਆਫ ਗ੍ਰੀਨ ਜੀਡੀਪੀ। ਦੇਖੋ ਗ੍ਰੀਨ ਸ਼ਬਦ ਜਿੱਥੇ ਵੀ ਆ ਗਿਆ ਇਟ ਮੀਨਸ ਕਿ ਇਹ এনवायरमेंट ਨਾਲ ਰਿਲੇਟਡ ਆ। ਦੇਖੋ ਜਦੋਂ ਵੀ ਆਪਾਂ ਫੈਕਟਰੀਆਂ ਲਗਾਉਣੇ ਆ ਤਾਂ ਫੈਕਟਰੀ ਨਾਲ ਹੀ ਪ੍ਰੋਡਕਸ਼ਨ ਹੁੰਦੀ ਆ ਤਾਂ ਉਹਦੇ ਨਾਲ ਇਕਨੋਮੀ ਦੇ ਵਿੱਚ ਵਾਧਾ ਵੀ ਹੁੰਦਾ, ਲੇਕਿਨ ਜੋ ਵੀ ਫੈਕਟਰੀਆਂ ਦਾ ਧੂੰਆਂ, ਜੋ ਫੈਕਟਰੀਆਂ ਦੁਆਰਾ ਗੰਦਾ ਪਾਣੀ ਚੰਗੇ ਪਾਣੀ 'ਚ ਛੱਡਿਆ ਜਾਂਦਾ ਉਹਦੇ ਨਾਲ ਜਿਹੜਾ এনवायरमेंट ਆ ਉਹ ਵੀ ਪੋਲਿਊਟ ਹੁੰਦਾ।
ਸੋ ਜਦੋਂ ਆਪਾਂ ਇਹ ਸਾਰੀ ਕੋਸਟ ਨੂੰ ਇਨਕਲੂਡ ਕਰਦੇ ਹਾਂ GDP ਦੇ ਵਿੱਚ, that will be our green GDP। ਨੈਕਸਟ ਡਿਸਕਸ ਕਰਦੇ ਹਾਂ ਜੀ ਆਪਾਂ 2015 ਦੇ ਵਿੱਚ ਗਵਰਨਮੈਂਟ ਵੱਲੋਂ ਥੋੜੇ ਚੇਂਜਸ ਲੈ ਕੇ ਆਂਦੇ ਗਏ ਸੀ ਜੋ ਵੀ ਸਟੈਟਿਸਟੀਕਲ ਸਿਸਟਮ ਆ ਉਹਦੇ ਵਿੱਚ। ਤਾਂ ਉਹਦੇ ਵਿੱਚ ਗਵਰਨਮੈਂਟ ਵੱਲੋਂ ਕੀ ਕੀਤਾ ਗਿਆ ਸੀ ਕਿ ਪਹਿਲਾਂ ਗਵਰਨਮੈਂਟ GDP ਐਟ ਫੈਕਟਰ ਕੋਸਟ ਨੂੰ ਇੱਕ ਮੇਨ ਐਂਕਰ ਲੈ ਕੇ ਚੱਲਦੀ ਸੀ, ਲੇਕਿਨ 2015 ਦੇ ਵਿੱਚ ਗਵਰਨਮੈਂਟ ਵੱਲੋਂ GDP ਐਟ ਮਾਰਕੀਟ ਪ੍ਰਾਈਸ ਨੂੰ ਇੱਕ ਮੇਨ ਐਂਕਰ ਬਣਾ ਦਿੱਤਾ ਗਿਆ। ਇਸ ਤੋਂ ਇਲਾਵਾ ਗਵਰਨਮੈਂਟ ਵੱਲੋਂ ਇੱਕ ਹੋਰ ਚੇਂਜ ਕੀਤਾ ਗਿਆ ਸੀ ਕਿ ਗ੍ਰੋਸ ਵੈਲਿਊ ਐਡਡ ਨੂੰ ਇਹਨਾਂ ਨੇ ਬੇਸਿਕ ਪ੍ਰਾਈਸ ਤੇ ਕੈਲਕੂਲੇਟ ਕਰਨਾ ਸ਼ੁਰੂ ਕੀਤਾ ਸੀ। ਬੇਸਿਕ ਪ੍ਰਾਈਸ ਦੇਖੋ ਕੀ ਹੁੰਦਾ ਜੀ, ਫੈਕਟਰ ਕੋਸਟ ਦੇ ਵਿੱਚ ਜਦੋਂ ਆਪਾਂ ਨੈਟ ਪ੍ਰੋਡਕਸ਼ਨ ਕੋਸਟ ਐਡ ਕਰ ਦਿੰਦੇ। ਹੁਣ ਪ੍ਰੋਡਕਸ਼ਨ ਟੈਕਸ ਕੀ ਹੁੰਦਾ? ਪ੍ਰੋਡਕਸ਼ਨ ਟੈਕਸ ਉਹ ਹੁੰਦਾ ਕਿ ਜੇਕਰ ਚਾਹੇ ਤੁਸੀਂ ਇੱਕ ਕੋਮੋਡਿਟੀ ਬਣਾਓ, ਚਾਹੇ 2 ਬਣਾਓ, ਚਾਹੇ 3, ਚਾਹੇ 10, ਚਾਹੇ 100 ਬਣਾਓ, ਤੁਹਾਨੂੰ ਉਹ ਕੋਸਟ ਦੇਣੀ ਹੀ ਦੇਣੀ ਪੈਣੀ ਹੈ। ਜਿਵੇਂ ਸਪੋਜ਼ ਕਰੋ ਜਦੋਂ ਆਪਣੇ ਆਮ ਘਰਾਂ ਦੇ ਵਿੱਚ ਵਿਆਹ ਹੁੰਦਾ ਤਾਂ ਆਪਾਂ ਨੂੰ ਕੀ ਹੁੰਦਾ, ਇੱਕ ਸ਼ਰਾਬ ਦੀ ਲਾਇਸੈਂਸ ਲੈਣਾ ਪੈਂਦਾ। ਉਹ 2500-3000 ਰੁਪਏ ਦਾ ਲਾਇਸੈਂਸ ਹੁੰਦਾ। ਚਾਹੇ ਤੁਸੀਂ 1 ਬੋਤਲ ਪੀਓ ਉੱਥੇ, ਚਾਹੇ ਤੁਸੀਂ 100 ਬੋਤਲਾਂ ਪੀ ਚੱਲੋ, ਤਾਂ ਉਹ ਤੁਹਾਨੂੰ ਟੈਕਸ ਪੇ ਕਰਨਾ ਹੀ ਪੈਣਾ। ਉਸੇ ਤਰ੍ਹਾਂ ਇੱਕ ਨੈਟ ਪ੍ਰੋਡਕਸ਼ਨ ਟੈਕਸ ਹੁੰਦਾ। ਠੀਕ ਹੈ, ਮੈਂ ਆਸ ਕਰਾਂ ਤੁਸੀਂ ਇਸ ਕਨਸੈਪਟ ਨੂੰ ਸਮਝ ਗਏ ਹੋਵੋਗੇ। ਅੱਗੇ ਗੌਰਮੈਂਟ ਵੱਲੋਂ ਹੋਰ ਚੇਂਜ ਕੀਤਾ ਗਿਆ ਸੀਗਾ ਕਿ ਬੇਸ ਈਅਰ ਨੂੰ 2004-5 ਤੋਂ ਚੇਂਜ ਕਰਕੇ 2011-12 ਕੀਤਾ ਗਿਆ ਸੀ। ਬੇਸ ਈਅਰ ਦੇ ਕਨਸੈਪਟ ਨੂੰ ਮੈਨੂੰ ਲੱਗਦਾ ਤੁਸੀਂ ਚੰਗੀ ਤਰ੍ਹਾਂ ਹੁਣ ਸਟੱਡੀ ਕਰ ਲਿਆ ਹੋਣਾ। ਅੱਗੇ ਹੈਗਾ ਜੀ ਕਿ ਯੂਜ਼ੇਜ ਆਫ ਨਿਊ ਡਾਟਾਬੇਸ MCA 21 ਅੰਡਰ ਮਿਨਿਸਟਰੀ ਆਫ ਕਾਰਪੋਰੇਟ ਅਫੇਅਰ। ਦੇਖੋ MCA 21 ਗਵਰਨਮੈਂਟ ਵੱਲੋਂ ਇੱਕ ਨਵਾਂ ਡਾਟਾਬੇਸ ਜਿਹੜਾ ਸੀਗਾ ਉਹ ਯੂਜ਼ ਕੀਤਾ ਗਿਆ ਸੀ। ਇੱਕ ਹੋਰ ਮੈਂ ਤੁਹਾਨੂੰ ਗੱਲ ਦੱਸਣੀ ਚਾਹੁੰਦਾ ਕਿ ਮਾਰਕੀਟ ਪ੍ਰਾਈਸ ਜਿਹੜਾ ਹੁੰਦਾ ਉਹ ਕਿਹਦੇ ਇਕੁਅਲ ਹੁੰਦਾ? ਜਦੋਂ ਆਪਾਂ ਬੇਸਿਕ ਪ੍ਰਾਈਸ ਦੇ ਵਿੱਚ ਇਨਡਾਇਰੈਕਟ ਟੈਕਸ ਐਡ ਕਰਦੇ ਨੇ। ਇਨਡਾਇਰੈਕਟ ਟੈਕਸ ਕਿਹੜੇ ਹੁੰਦੇ ਆ? ਜਿਹੜੇ ਜੋ ਵੀ ਕੋਮੋਡਿਟੀ ਆਪਾਂ ਪਰਚੇਜ਼ ਕਰਦੇ ਹਾਂ ਉਹਦੇ ਉੱਪਰ ਆਪਾਂ ਨੂੰ ਪੇ ਕਰਨੇ ਪੈਂਦੇ ਆ। ਅੱਗੇ ਦੇਖੋ ਜੀ ਵੇਰੀਅਸ ਐਸਟੀਮੇਟਸ। ਜਦੋਂ ਤੁਸੀਂ ਨਿਊਜ਼ ਪੜ੍ਹੋਗੇ ਤਾਂ ਤੁਹਾਨੂੰ ਕਾਫੀ ਤੁਸੀਂ ਦੇਖੋ ਖਬਰਾਂ 'ਚ ਆਇਆ ਹੁੰਦਾ ਕਿ ਗਵਰਨਮੈਂਟ ਵੱਲੋਂ ਫਸਟ ਐਡਵਾਂਸ ਐਸਟੀਮੇਟ ਰਿਲੀਜ਼ ਕਰਤੇ, ਗਵਰਨਮੈਂਟ ਨੇ ਸੈਕੰਡ ਐਡਵਾਂਸ ਐਸਟੀਮੇਟ ਰਿਲੀਜ਼ ਕਰਤੇ, ਗਵਰਨਮੈਂਟ ਵੱਲੋਂ ਪ੍ਰੋਵੀਜ਼ਨਲ ਐਨੂਅਲ ਐਸਟੀਮੇਟ ਇਸ਼ੂ ਕਰਤੇ, ਜਾਂ ਹੋਰ ਫਸਟ ਰਿਵਾਈਜ਼ਡ ਐਸਟੀਮੇਟਸ ਹੋ ਗਏ, ਜਾਂ ਹੋਰ ਵੀ ਕਈ ਤਰ੍ਹਾਂ ਜਿਹੜੇ ਐਸਟੀਮੇਟਸ ਆ ਉਹ ਗਵਰਨਮੈਂਟ ਵੱਲੋਂ ਇਸ਼ੂ ਕੀਤੇ ਜਾਂਦੇ। ਸੋ ਫਸਟ ਆਪਾਂ ਦੇਖਦੇ ਹਾਂ ਕਿ ਫਸਟ ਐਡਵਾਂਸ ਐਸਟੀਮੇਟ ਕੀ ਹੁੰਦੇ। ਦੇਖੋ ਫਸਟ ਐਡਵਾਂਸ, ਦੇਖੋ ਐਡਵਾਂਸ ਵਰਡ ਤੋਂ ਹੀ ਪਤਾ ਲੱਗੀ ਜਾਂਦਾ ਕਿ ਕੋਈ ਵੀ ਚੀਜ਼ ਜਿਹੜੀ ਕਿ ਕਿਸੇ ਚੀਜ਼ ਦੇ ਹੋਣ ਤੋਂ ਪਹਿਲਾਂ ਹੀ ਕੀਤੀ ਜਾਂਦੀ ਹੈ। ਜਿਵੇਂ ਸਪੋਜ਼ ਕਰੋ ਹੁਣ ਫਾਈਨੈਂਸ਼ੀਅਲ ਈਅਰ 2000 ਦੇਖੋ 22-23 ਚੱਲ ਰਿਹਾ। ਠੀਕ ਹੈ, ਫਾਈਨੈਂਸ਼ੀਅਲ ਈਅਰ 2022-23 ਚੱਲ ਰਿਹਾ ਐਂਡ ਇਹ ਫਾਈਨੈਂਸ਼ੀਅਲ ਈਅਰ ਐਂਡ ਹੋਣਾ ਹੈਗਾ ਮਾਰਚ ਦੇ ਵਿੱਚ। ਲੇਕਿਨ ਗਵਰਨਮੈਂਟ ਵੱਲੋਂ ਇਹਦੇ ਜਿਹੜੇ ਐਸਟੀਮੇਟ ਆ, ਗਵਰਨਮੈਂਟ ਐਸਟੀਮੇਟ ਕੀ ਦੱਸਦੀ ਆ ਕਿ ਹਾਂਜੀ ਇਸ ਸਾਲ ਜਿਹੜੀ ਸਾਡੀ GDP ਆ ਉਹ 9% ਨਾਲ ਵਧੂਗੀ, ਜਾਂ GDP ਸਾਡੀ 8% ਨਾਲ ਵਧੂਗੀ। ਦੇਖੋ ਫਾਈਨੈਂਸ਼ੀਅਲ ਈਅਰ ਤਾਂ ਪੂਰਾ ਵੀ ਨਹੀਂ ਹੋਇਆ, ਲੇਕਿਨ ਗਵਰਨਮੈਂਟ ਪਹਿਲਾਂ ਕਿਵੇਂ ਦੱਸ ਰਹੀ ਹੈ? ਜੇਕਰ ਗਵਰਨਮੈਂਟ ਪਹਿਲਾਂ ਦੱਸ ਰਹੀ ਹੈ ਇਟ ਮੀਨਸ ਗਵਰਨਮੈਂਟ ਦੇ ਜਿਹੜੇ ਇਹ ਐਸਟੀਮੇਟ ਹੋਣਗੇ ਉਹ ਕੀ ਕਹਾਉਣਗੇ? ਐਡਵਾਂਸ ਐਸਟੀਮੇਟਸ। ਦੇਖੋ ਜਿਹੜੇ ਇਹ ਐਸਟੀਮੇਟ ਹੁੰਦੇ ਆ these are published at the end of first week of January। ਮੀਨਸ ਕਿ ਗਵਰਨਮੈਂਟ ਦੁਆਰਾ ਨੀਅਰਲੀ 7 ਜਨਵਰੀ ਨੂੰ ਜਾਂ 8 ਜਨਵਰੀ ਨੂੰ ਜਦੋਂ ਵੀ ਫਸਟ ਵੀਕਐਂਡ ਹੁੰਦਾ ਉਦੋਂ ਜਿਹੜੇ ਐਸਟੀਮੇਟ ਉਹ ਰਿਲੀਜ਼ ਕਰ ਦਿੱਤੇ ਜਾਂਦੇ ਆ। ਐਂਡ ਇਹਨਾਂ 'ਚ ਦੇਖੋ ਕੁਆਟਰ 3 ਡਾਟਾ ਸ਼ਾਮਲ ਨਹੀਂ ਹੁੰਦਾ। ਦੇਖੋ ਕੁਆਟਰਸ ਬਾਰੇ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਇੱਕ ਸਾਲ 4 ਕੁਆਟਰ ਹੁੰਦੇ ਆ। ਜਿਹੜਾ ਫਸਟ ਕੁਆਟਰ ਆ ਉਹ ਕਿੱਥੋਂ ਸ਼ੁਰੂ ਹੁੰਦਾ? ਅਪ੍ਰੈਲ ਤੋਂ ਸ਼ੁਰੂ ਹੁੰਦਾ। ਤਾਂ ਕੁਆਟਰ 3 ਦਾ ਜਿਹੜਾ ਡਾਟਾ ਹੈਗਾ ਉਹ ਇਸ 'ਚ ਸ਼ਾਮਲ ਨਹੀਂ ਹੁੰਦਾ। ਅੱਗੇ ਆਉਂਦਾ ਜੀ ਸੈਕਿੰਡ ਐਡਵਾਂਸ ਐਸਟੀਮੇਟ। ਸੈਕਿੰਡ ਐਡਵਾਂਸ ਐਸਟੀਮੇਟ ਗਵਰਨਮੈਂਟ ਵੱਲੋਂ ਆਉਂਦੇ ਆ ਐਟ ਦੀ ਐਂਡ ਆਫ ਫੈਬ। ਉਦੋਂ ਦੇਖੋ ਜਿਹੜਾ ਕੁਆਟਰ 3 ਉਹ ਪੂਰਾ ਹੋ ਜਾਂਦਾ, ਦਸੰਬਰ, ਨਵੰਬਰ ਐਂਡ ਸਪਟੈਂਬਰ, ਇਹ ਉਦੋਂ ਪੂਰਾ ਹੋ ਜਾਂਦਾ। ਤਾਂ ਇਹਦੇ ਵਿੱਚ ਗਵਰਨਮੈਂਟ ਕੀ ਕਰਦੀ ਹੈ? ਕੁਆਟਰ 3 ਡਾਟਾ ਜਿਹੜਾ ਹੈਗਾ ਉਹ ਰਿਲੀਜ਼ ਕਰਦੀ ਹੈ। ਅੱਗੇ ਆ ਜਾਂਦੇ ਪ੍ਰੋਵੀਜ਼ਨਲ ਐਨੂਅਲ ਐਸਟੀਮੇਟ। ਦੇਖੋ ਇਹ ਇਸ਼ੂ ਕੀਤੇ ਜਾਂਦੇ ਆ ਮਈ ਦੇ ਵਿੱਚ। ਦੇਖੋ ਸਾਰਾ ਸਾਲ ਦਾ ਜਿਹੜਾ ਐਸਟੀਮੇਟ ਆ ਉਹ ਗਵਰਨਮੈਂਟ ਕੀ ਕਰਦੀ ਆ ਆਪਦੇ ਵੱਲੋਂ ਇੱਕ ਵਾਰ ਇਸ਼ੂ ਕਰ ਦਿੰਦੀ ਹੈ। ਇਹਦੇ 'ਚ ਕੁਆਟਰ 4 ਡਾਟਾ ਵੀ ਹੁੰਦਾ ਬਿਕੋਜ਼ ਫਾਈਨੈਂਸ਼ੀਅਲ ਈਅਰ ਜਿਹੜਾ ਹੁੰਦਾ ਉਹ ਕੰਪਲੀਟ ਹੋ ਗਿਆ ਹੁੰਦਾ। ਪਰ ਜਦੋਂ ਦੇਖੋ ਜਨਵਰੀ ਐਂਡ ਆਉਂਦਾ ਫੇਰ ਗਵਰਨਮੈਂਟ ਕੀ ਕਰਦੀ ਹੈ? ਜਿਹੜੇ ਰਿਵਾਈਜ਼ ਡਾਟਾ ਰਿਵਾਈਜ਼ ਡਾਟਾ ਜਿਹੜਾ ਹੁੰਦਾ ਉਹਨੂੰ ਇਸ਼ੂ ਕਰਨਾ ਸ਼ੁਰੂ ਕਰ ਦਿੰਦੀ ਹੈ। ਬਿਕੋਜ਼ ਦੇਖੋ ਜਿਹੜੇ ਇਹ ਸਾਰੇ ਐਸਟੀਮੇਟ ਹੁੰਦੇ, ਦੇਖੋ ਇੱਕ ਵਰਡ ਤੁਸੀਂ ਦੇਖਣਾ ਐਸਟੀਮੇਟ ਹੈ। ਐਸਟੀਮੇਟ, ਐਸਟੀਮੇਟ ਦਾ ਮੀਨਿੰਗ ਹੁੰਦਾ ਕਿ ਗਵਰਨਮੈਂਟ ਕੋਲੇ ਪ੍ਰੋਪਰਲੀ ਜਿਹੜੀਆਂ ਫਿਗਰਸ ਹੁੰਦੀਆਂ ਉਹ ਅਵੇਲੇਬਲ ਨਹੀਂ ਹੁੰਦੀਆਂ। ਗਵਰਨਮੈਂਟ ਕੀ ਕਰਦੀ ਆ, ਜਿਵੇਂ 2022 ਦੇ ਗਵਰਨਮੈਂਟ ਨੇ ਪ੍ਰੋਵੀਜ਼ਨਲ ਡੇਟਾ ਜਿਹੜਾ ਹੈਗਾ ਉਹ ਲਾਂਚ ਕਰਨਾ, ਤਾਂ ਗਵਰਨਮੈਂਟ ਕੀ ਕਰੂਗੀ? 2021 ਡੇਟਾ ਚੱਕੂਗੀ।
2021 ਦੇ ਡੇਟੇ ਦੇ ਉੱਪਰ ਕੀ ਕਰੂਗੀ, ਜਿਹੜੀਆਂ ਵੇਰੀਅਸ ਸੈਕਟਰ ਹੈਗੀਆਂ ਉਹਨਾਂ ਦੀ ਪਰਫਾਰਮੈਂਸ ਚੱਲ ਰਹੀ ਆ, ਉਹਦੇ ਉੱਪਰ ਜਿਹੜੇ ਹੈਗੇ ਉਹ ਫਾਰਮੂਲੇ ਲਾਊਗੀ ਤੇ ਉਹਨਾਂ ਫਾਰਮੂਲੇ ਦੀ ਹੈਲਪ ਨਾਲ 2022 ਦੇ ਐਸਟੀਮੇਟ ਤਿਆਰ ਕਰੂਗੀ। ਮਤਲਬ ਕਿ ਉਹ ਫਿਗਰਾਂ ਸਹੀ ਨਹੀਂ ਹੁੰਦੀ, ਜਸਟ ਐਸਟੀਮੇਟ ਹੁੰਦੀ ਹੈ। ਫਿਰ ਗਵਰਨਮੈਂਟ ਕੀ ਕਰਦੀ ਹੈ, ਉਹਨਾਂ ਐਸਟੀਮੇਟ ਨੂੰ ਦੇਖੋ ਰਿਵਾਈਜ਼ ਕਰਦੀ ਹੈ, ਹੌਲੀ ਹੌਲੀ ਰਿਵਾਈਜ਼ ਕਰਨਾ ਸ਼ੁਰੂ ਕਰਦੀ ਹੈ। ਦੇਖੋ ਜਿਵੇਂ ਹੁਣ 2022 ਚੱਲ ਰਿਹਾ ਸੀ, ਤਾਂ ਗਵਰਨਮੈਂਟ ਵੱਲੋਂ 2022 ਦੇ ਜਨਵਰੀ ਮਹੀਨੇ ਦੇ ਵਿੱਚ ਫਸਟ ਰਿਵਾਈਜ਼ਡ ਐਸਟੀਮੇਟ ਆਉਂਦੇ ਆ ਫਾਈਨੈਂਸ਼ੀਅਲ ਈਅਰ 2020-21 ਦੇ, ਤੇ ਸੈਕੰਡ ਰਿਵਾਈਜ਼ਡ ਐਸਟੀਮੇਟ ਆਉਂਦੇ ਆ ਉਸੇ ਮੰਥ ਦੇ ਵਿੱਚ 2019-20 ਦੇ, ਤੇ ਥਰਡ ਰਿਵਾਈਜ਼ਡ ਐਸਟੀਮੇਟ ਆਉਂਦੇ ਆ 2018-19 ਦੇ। ਦੇਖੋ ਇਸੇ ਤਰ੍ਹਾਂ ਹੀ ਉਹਨਾਂ ਨੂੰ ਜਿਹੜਾ ਹੈਗਾ ਉਹ ਰਿਵਾਈਜ਼ ਕਰੀ ਜਾਂਦੇ। ਐਂਡ ਰਿਵਾਈਜ਼ ਕਿਵੇਂ ਹੁੰਦਾ, ਜਦੋਂ ਪ੍ਰੋਪਰਲੀ ਜਿਹੜੀਆਂ ਹੈਗੀਆਂ ਗਵਰਨਮੈਂਟ ਕੋਲ ਫਿਗਰਸ ਆਉਣ ਲੱਗ ਜਾਂਦੀਆਂ। ਅੱਗੇ ਦੇਖੋ ਜੀ GDP ਦੇ ਬਾਰੇ ਵਿੱਚ ਆਪਾਂ ਦੇਖਦੇ ਹਾਂ ਕਿ ਕਿਹੜੀਆਂ ਜਿਹੜੀਆਂ ਬੋਡੀਜ਼ ਹੈਗੀਆਂ ਕੰਮ ਕਰਦੀਆਂ। ਸੋ ਫਸਟ ਆਫ ਆਲ ਕੀ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਪਹਿਲਾਂ ਕੀ ਹੁੰਦਾ ਸੀ, ਡਿਫਰੈਂਟ ਏਜੰਸੀ ਸੀਗੀਆਂ ਦੋ, ਸੈਂਟਰਲ ਸਟੈਟਿਸਟੀਕਲ ਆਫਿਸ ਸੀਗਾ, ਇੱਕ ਨੈਸ਼ਨਲ ਸੈਂਪਲ ਸਰਵੇ ਆਰਗੇਨਾਈਜੇਸ਼ਨ ਸੀ। ਲੇਕਿਨ ਫਿਰ ਪਿੱਛੇ 2019 ਦੇ ਵਿੱਚ ਗਵਰਨਮੈਂਟ ਕੀ ਕਰਦੀ ਹੈ, ਇਹਨਾਂ ਦੋਨਾਂ ਨੂੰ ਮਰਜ ਕਰਕੇ ਇੱਕ ਨਵੀਂ ਏਜੰਸੀ ਬਣਾਉਂਦੀ ਹੈ, NSO। NSO ਦਾ ਮੀਨਿੰਗ ਕੀ ਹੁੰਦਾ, ਨੈਸ਼ਨਲ ਸਟੈਟਿਸਟੀਕਲ ਆਫਿਸ। ਇਹ ਜਿਹੜੀ ਏਜੰਸੀ ਹੈ ਇਹ ਕੰਮ ਕਰਦੀ ਹੈਗੀ ਹੈ ਮਿਨਿਸਟਰੀ ਆਫ ਸਟੈਟਿਸਟਿਕਸ ਐਂਡ ਪ੍ਰੋਗਰਾਮ ਇੰਪਲੀਮੈਂਟੇਸ਼ਨ ਦੇ ਅੰਡਰ। ਐਂਡ ਇਸ ਬੋਡੀ ਦੀ ਰਿਕਮੈਂਡੇਸ਼ਨ ਦਿੱਤੀ ਗਈ ਸੀ ਰੰਗਾ ਰਾਜਨ ਕਮਿਸ਼ਨ ਦੁਆਰਾ। ਦੇਖੋ ਆ ਬਹੁਤ ਹੀ ਇੰਪੋਰਟੈਂਟ ਜਿਹੜਾ ਹੈਗਾ ਇਹ ਕੁਐਸਚਨ ਬਣ ਜਾਂਦਾ, ਡਾਇਰੈਕਟ ਕੁਐਸਚਨ ਇੱਥੋਂ ਪੁੱਛਿਆ ਜਾ ਸਕਦਾ ਕਿ ਰੰਗਾ ਰਾਜਨ ਕਮਿਸ਼ਨ ਕਿਸ ਚੀਜ਼ ਨਾਲ ਰਿਲੇਟਡ ਹੈ। It is related with the agriculture, it is related with the electricity, it is related with the statistical system, or it is related with the mining। ਸੋ ਇਹਦਾ ਆਨਸਰ ਕੀ ਹੋਊਗਾ, statistical system। ਸੋ ਜਦੋਂ ਗਵਰਨਮੈਂਟ ਨੇ ਕੀ ਕੀਤਾ, ਇਹਨਾਂ ਦੋਨਾਂ ਨੂੰ ਕਲੱਬ ਕਰਕੇ ਜੀ ਇਹਨਾਂ ਨੂੰ ਇੱਕ NSO ਫਾਰਮ ਕਰ ਦਿੱਤਾ ਜਾਂਦਾ। ਸੋ ਇਹਦੇ ਵਿੱਚ CSO ਦਾ ਕੰਮ ਕੀ ਹੈ ਕਿ ਸਟੈਟਿਸਟੀਕਲ ਐਕਟੀਵਿਟੀਜ਼ ਨੂੰ ਜਿਹੜਾ ਹੈਗਾ ਪਰਫਾਰਮ ਕਰਨਾ, ਮਤਲਬ ਕਿ ਵੀ GDP ਦੇ ਜਿਹੜੇ ਐਸਟੀਮੇਟਸ ਆ ਉਹ ਦੇਣੇ। ਜੋ ਇੱਥੇ ਨੈਸ਼ਨਲ ਸੈਂਪਲ ਸਰਵੇ ਆਫਿਸ ਆ ਉਹਦਾ ਕੰਮ ਹੈਗਾ ਜੀ, ਜੋ ਆਪਣੇ ਸਰਵੇ ਚੱਲਦੇ ਰਹਿੰਦੇ ਆਪਾਂ ਦੇਖਦੇ ਆ ਨਾ ਕਿ ਗਵਰਨਮੈਂਟ ਵੱਲੋਂ ਅਨਐਮਪਲੋਇਮੈਂਟ ਦੇ ਲਈ ਸਰਵੇ ਕੀਤੇ ਜਾਂਦੇ ਆ, ਗਵਰਨਮੈਂਟ ਵੱਲੋਂ ਕੋਈ ਹੋਰ ਵੀ ਵੇਰੀਅਸ ਜਿਹੜੇ ਫੀਲਡਸ ਆ ਉਹਨਾਂ ਲਈ ਸਰਵੇ ਕੀਤੇ ਜਾਂਦੇ ਆ, ਤਾਂ ਉਹਦਾ ਕੰਮ ਜਿਹੜਾ ਹੈਗਾ ਉਹ NSO ਵੱਲੋਂ ਸਾਂਭਿਆ ਜਾਂਦਾ। ਸੋ ਤੀਜੀ ਇਹਨਾਂ ਦਾ ਵਿੰਗ ਹੁੰਦਾ ਕੰਪਿਊਟਰ ਸੈਂਟਰ। ਉਹ ਸਾਰਾ ਡਾਟਾ ਲਿਆ ਕੇ ਕੰਪਿਊਟਰ ਸੈਂਟਰ ਵਾਲੇ ਜਿਹੜੇ ਬੰਦੇ ਹੁੰਦੇ ਆ ਉਹ ਕੰਪਿਊਟਰਸ ਦੇ ਰਾਹੀਂ ਸਿਸਟਮ ਦੇ ਵਿੱਚ ਲੋਡ ਕਰਦੇ। ਮੈਂ ਆਸ ਕਰਦਾ ਕਿ ਤੁਹਾਨੂੰ ਸਾਰੇ ਜਿਹੜੇ ਟੌਪਿਕਸ ਆ ਉਹ ਪ੍ਰੋਪਰਲੀ ਸਮਝ ਆ ਗਏ ਹੋਣਗੇ। ਇਫ ਯੂ ਹੈਵ ਐਨੀ ਡਾਊਟ, feel free to drop a message in comment box, so I will wait for your message in comment box. So that's all for today, thank you.